ਹਫ਼ਤਾਵਾਰੀ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਦਸਮੇਸ਼ ਪਿਤਾ ਖਾਲਸੇ ਦੇ ਸਿਰਜਣਹਾਰ ਸੰਤ ਸਿਪਾਹੀ ਸਰਬੰਸ ਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਦਰਸ਼ਕਾਂ ਨੂੰ ਲੱਖ-ਲੱਖ ਵਧਾਈਆਂ ਹੋਣ। ਅੱਜ ਦਾ ਪ੍ਰੋਗਰਾਮ ਵੀ ਕਈ ਵੰਨ-ਸੁਵੰਨੇ ਸੈਗਮੈਂਟਸ ਦੇ ਨਾਲ ਭਰਪੂਰ ਪ੍ਰੋਗਰਾਮ ਹੈ। ਗੀਤ ਸੰਗੀਤ ਵੀ ਹੋਵੇਗਾ। ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੇ ਨਾਲ ਹਰਜਿੰਦਰ ਸਿੰਘ ਥਿੰਦ ਹੁਣਾਂ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨ ਸ਼ਖਸੀਅਤ ਬਾਰੇ ਗੱਲਬਾਤ ਪੇਸ਼ ਕੀਤੀ ਜਾਵੇਗੀ। ਸਾਡੇ ਪੰਜਾਬ ਦੇ ਰਿਪੋਰਟਰਸ ਵੱਲੋਂ ਇਸ ਹਫ਼ਤੇ ਦੇ ਖਾਸ ਸੈਗਮੈਂਟਸ ਦੀਆਂ ਝਲਕੀਆਂ ਵੀ ਹਾਜ਼ਰ ਕਰਾਂਗੇ। ਸਭ ਤੋਂ ਪਹਿਲਾਂ ਸਰਦਾਰ ਪਵਿੱਤਰ ਸਿੰਘ ਸੰਧੂ ਅਤੇ ਉਹਨਾਂ ਦਾ ਢਾਡੀ ਜਥਾ ਹਾਜ਼ਰ ਹੈ। ਕੈਨੇਡਾ ਦੀ ਧਰਤੀ ਤੇ ਟੈਲੀਵਿਜ਼ਨ ਦੇਖਣ ਵਾਲੇ ਸਮੂਹ ਦਰਸ਼ਕਾਂ ਨੂੰ ਸੰਧੂ ਢਾਡੀ ਜਥੇ ਵੱਲੋਂ ਗੁਰਫਤਿਹ ਪ੍ਰਵਾਨ ਹੋਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 23 ਪੋ 1723 ਵਿਕਰਮੀ ਪੋਹ ਸੁਦੀ ਸੱਧ ਵਾਯੂ ਦਸੰਬਰ 1666 ਈਸਵੀ ਪਟਨੇ ਦੀ ਧਰਤੀ ਤੇ ਸਾਲ ਸਰਾਏ ਦੀ ਹਵੇਲੀ ਅੰਦਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗ੍ਰਹਿ ਮਾਤਾ ਗੁਜਰੀ ਦੀ ਕੁੱਖ ਤੋਂ ਇੱਕ ਲਾਲ ਨੇ ਜਨਮ ਲਿਆ ਔਰ ਜਿਸ ਦੀ ਖਬਰ ਪੰਜਾਬ ਵਾਸੀਆਂ ਨੂੰ ਤੇ ਦੇਰ ਨਾਲ ਪਹੁੰਚੀ। ਲੇਕਿਨ ਅੰਬਾਲੇ ਦੇ ਨਜ਼ਦੀਕ ਕੁੜਹਾਮ ਨਗਰ ਵਿੱਚ ਰਹਿਣ ਵਾਲਾ ਸੂਫੀ ਖਿਆਲਾਂ ਦਾ ਫਕਰ ਪੀਰ ਭੀਖੜ ਸ਼ਾਹ ਜੀ ਨੇ ਆਤਮਿਕ ਵੱਲ ਨਾਲ ਸਤਿਗੁਰੂ ਜੀ ਦੇ ਆਗਮਨ ਦੀ ਖਬਰ ਨੂੰ ਪ੍ਰਾਪਤ ਕਰ ਲਿਆ ਹੈ। ਲਹਿੰਦੇ ਨੂੰ ਸਿਜਦਾ ਕਰਨ ਵਾਲਾ ਫਕੀਰ ਅੱਜ ਚੜ੍ਹਦੇ ਵੱਲ ਨੂੰ ਸਿਜਦਾ ਕਰ ਰਿਹਾ ਹੈ ਤੇ ਇਹਦੇ ਚੇਲਿਆਂ ਨੇ ਇਸ ਫਕੀਰ ਉੱਤੇ ਇੱਕ ਸਵਾਲ ਕੀਤਾ ਹੈ, ਸਾਈਂ ਜੀ ਕੀ ਗੱਲ ਅੱਜ ਇਸਲਾਮ ਦੀ ਸ਼ਰਅ ਤੋਂ ਉਲਟ ਲਹਿੰਦੇ ਨੂੰ ਛੱਡ ਕੇ
ਪਟਨੇ ਦੀ ਧਰਤੀ ਤੇ ਪਹੁੰਚਿਆ ਤੇ ਹਜ਼ੂਰ ਦੇ ਇਸ ਨੇ ਆਪਣੇ ਸਿੱਧਕ ਭਰੋਸਾ ਵਿਸ਼ਵਾਸ ਦਾ ਸਦਕਾ ਦਰਸ਼ਨ ਉਦਾਰੇ ਕੀਤੇ ਨੇ। ਆਪਣੇ ਮਨ ਦਾ ਭਰਮ ਭੁਲੇਖਾ ਦੋ ਕੁਝੀਆਂ ਪੇਸ਼ ਕਰਕੇ ਦੂਰ ਕੀਤਾ ਹੈ ਕਿ ਹੇ ਵਾਹਿਗੁਰੂ ਦੇ ਭੇਜੇ ਹੋਏ, ਹੇ ਅੱਲਾ ਦੇ ਭੇਜੇ ਹੋਏ ਸਤਿਗੁਰੂ ਜੀਓ, ਆਪ ਦੱਸੋ ਆਪ ਕਿਸ ਲਈ ਆਏ ਹੋ? ਇੱਕ ਮਰ ਰਿਹਾ ਹੈ, ਦੂਸਰਾ ਮਾਰ ਰਿਹਾ ਹੈ। ਗੁਰਦੇਵ ਪਾਤਸ਼ਾਹ ਨੇ ਛੋਟੀ ਉਮਰ ਵਿੱਚ ਹੀ ਸੈਯਦ ਪੀਰ ਭੀਖਣ ਸ਼ਾਹ ਦੇ ਮਨ ਦਾ ਸਵਾਲ ਪੂਰਾ ਕੀਤਾ। ਇਹਦਾ ਸ਼ੰਕਾ ਨਿਵਰਤ ਦੋਨੋਂ ਕੁਟੀਆਂ ਦੇ ਸਾਹਮਣੇ ਹੱਥ ਰੱਖ ਕੇ ਕੀਤਾ। ਹਜ਼ੂਰ ਪਾਤਸ਼ਾਹ ਜੀ ਨੇ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਪਿਆਰਿਆ, ਅਸੀਂ ਇੱਕ ਲਈ ਨਹੀਂ, ਅਸੀਂ ਤੇ ਸਭ ਦੇ ਸਾਂਝੇ ਬਣ ਕੇ ਆਏ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸੈਯਦ ਪੀਰ ਭੀਖਣ ਸ਼ਾਹ ਦੇ ਮਨ ਦੀ ਭਾਵਨਾ ਪੂਰੀ ਕੀਤੀ ਹੈ। ਸਤਿਗੁਰੂ ਜੀ ਦੇ ਆਗਮਨ ਪੁਰਬ ਦੀਆਂ ਸੰਧੂ ਢਾਡੀ ਜਥੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਪਿਆਰ ਸੇ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਸਾਡੀ ਦੇਸ਼ ਪ੍ਰਦੇਸ਼ ਟੀਵੀ ਦੀ ਪੰਜਾਬ ਦੀ ਟੀਮ ਦੇ ਰਿਪੋਰਟਰ ਅਮਰੀਕ ਸਿੰਘ ਟੁਰਨਾ ਦੇ ਇੱਕ ਸੈਗਮੈਂਟ ਦੀ ਝਲਕ ਹਾਜ਼ਰ ਕਰਦੇ ਹਾਂ। ਘੋੜਸਵਾਰੀ ਸਾਡੇ ਸੱਭਿਆਚਾਰ ਦਾ ਅਤੇ ਧਰਮ ਦਾ ਅਨਿੱਖੜਵਾਂ ਅੰਗ ਹੈ, ਪਰ ਅੱਜ ਕੱਲ੍ਹ ਕਈਆਂ ਨੇ ਘੋੜੇ ਸ਼ੌਕੀਨੀ ਦੇ ਤੌਰ ਤੇ ਰੱਖੇ ਹੋਏ ਹਨ। ਇਹਨਾਂ ਦੀ ਅੱਜ ਦੇ ਸਮੇਂ ਦੇ ਵਿੱਚ ਵੀ ਕੀ ਅਹਿਮੀਅਤ ਹੈ, ਆਓ ਵੇਖਦੇ ਹਾਂ। ਤੇ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨ ਸ਼ਖਸੀਅਤ ਬਾਰੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੇ ਨਾਲ ਹਰਜਿੰਦਰ ਸਿੰਘ ਥਿੰਦ ਹੋਣਾ ਦੀ ਇਤਿਹਾਸਕ ਪੱਖ ਤੋਂ ਖਾਸ ਗੱਲਬਾਤ ਪੇਸ਼ ਕੀਤੀ ਜਾਵੇਗੀ। ਸਤਿ ਸ਼੍ਰੀ ਅਕਾਲ, ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਹੋ, ਮੈਂ ਹਾਂ ਅਮਰੀਕ ਟੁਰਨਾ। ਪੰਜਾਬੀਆਂ ਨੂੰ ਘੋੜੇ ਰੱਖਣ ਦਾ ਬੜਾ ਜ਼ਿਆਦਾ ਸ਼ੌਂਕ ਪੈ ਗਿਆ। ਅੱਜ ਕੱਲ੍ਹ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵੇਖ ਸਕਦੇ ਹੋ ਇੰਟਰਨੈਟ ਤੇ। ਸਾਡਾ ਪ੍ਰੋਗਰਾਮ ਇਹ ਨਹੀਂ ਹੈ ਕਿ ਅਸੀਂ ਤੁਹਾਨੂੰ ਸੋਹਣੇ ਸੋਹਣੇ ਘੋੜੇ ਵਿਖਾਉਣੇ ਆ। ਸਾਡਾ ਫੋਕਸ ਇਸ 'ਤੇ ਹੈ ਕਿ ਘੋੜਸਵਾਰੀ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਤੋਂ ਕੀ ਕੁਝ ਕਰਾ ਸਕਦੇ ਹੋ, ਇਹਨੂੰ ਲੈ ਕੇ ਸਕੋਪ ਕੀ ਹੈ। ਤੋ ਕੈਪਟਨ ਪਲਵਿੰਦਰ ਸਿੰਘ ਸਾਡੇ ਨਾਲ ਬਹੁਤ ਸਾਰੀ ਜਾਣਕਾਰੀ ਸਾਂਝੀ ਕਰਨਗੇ ਘੋੜਿਆਂ ਨੂੰ ਲੈ ਕੇ, ਤੇ ਗੱਲਬਾਤ ਕਰਦੇ ਹਾਂ ਆਪਾਂ ਕੈਪਟਨ ਹੋਣਾ ਨਾਲ। ਖੂਬਸੂਰਤੀ ਨੂੰ ਤਾਂ ਬਥੇਰੇ ਘੋੜੇ ਰੱਖੇ ਆ, ਪਰ ਕਦੇ ਮੈਦਾਨ 'ਚ ਆ ਕੇ ਸਵਾਰੀ ਕਰਕੇ ਤੇ ਫਿਰ ਤੁਸੀਂ ਜਿੱਤ ਕੇ ਵੇਖੋ, ਸਹੀ ਗੱਲ, ਤੁਹਾਨੂੰ ਖੁਸ਼ੀ ਇੱਕ ਵੱਖਰੀ ਹੋਊਗੀ ਵੀ ਹਾਂ ਮੈਂ ਵੀ ਕੁਝ ਕਰਕੇ ਆਇਆ ਹਾਂ। ਸਾਡੇ ਅੱਧੇ ਜ਼ਿਲ੍ਹੇ ਦੇ ਇਹੋ ਜਿਹੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਘੋੜਿਆਂ ਦੇ ਜੰਪਿੰਗ ਵੀ ਹੁੰਦੀ ਹੈ ਜੇ ਕੁਝ ਨਹੀਂ ਹੁੰਦਾ। ਪੰਜਾਬ ਦਾ ਅੱਜ ਤੱਕ ਕੋਈ ਐਸਾ ਰਾਈਡਰ ਨਹੀਂ ਕੋਈ ਜਿਹੜਾ ਕਦੇ ਏਸ਼ੀਅਨ ਗੇਮਸ 'ਚ ਗਿਆ ਹੋਵੇ ਘੋੜਸਵਾਰੀ ਦੇ ਵਿੱਚ। ਮੈਂ 3 ਏਸ਼ੀਅਨ ਗੇਮਸ ਖੇਡ ਚੁੱਕਿਆ ਇਸ ਘੋੜਸਵਾਰੀ ਦੇ ਵਿੱਚ। ਪੰਜਾਬੀਆਂ ਦੇ ਖੂਨ 'ਚ ਘੋੜਸਵਾਰੀ ਹੈਗੀ ਆ। ਮੈਂ ਇਹਨਾਂ ਕਹਿੰਦਾ ਦਾਅਵੇ ਨਾਲ ਵੀ ਆਪਣੇ ਇੰਡੀਆ ਦੇ ਵਿੱਚ ਜੇ ਪੰਜਾਬੀ ਕਰਨਗੇ ਵਧਣਗੇ ਅੱਗੇ ਤੇ ਵਾਕਈ ਉਸ ਕਿਸੇ ਸਿਰੇ ਲੱਗ ਹੋਣਗੇ। ਹਰ ਗੇਮ ਜਿਹੜਾ ਤੁਸੀਂ ਆਪ ਸਿਰਫ ਆਪਣੇ ਆਪ 'ਚ ਖੇਡਦੇ ਜੇ ਵੀ ਚਲੋ ਆਪਣੀ ਸਕਿੱਲ ਵਧਾ ਲਈ ਤਾਂ ਕਰ ਲਿਆ, ਪਰ ਘੋੜਸਵਾਰੀ ਦੇ ਵਿੱਚ ਤੁਸੀਂ ਇੱਕ ਦੂਜੇ ਦਾ ਮਾਈਂਡ ਵੀ ਪੜ੍ਹਨਾ ਜਾਣਦੇ ਜੀ। ਤੇ ਸਕੋਪ ਦੱਸੋ ਵੀ, ਕਿਉਂਕਿ ਆਪਣੇ ਪੰਜਾਬੀਆਂ ਨੂੰ ਸਿੱਧਾ ਵੀ ਸਾਨੂੰ ਫਾਇਦਾ ਕੀ ਹੋਊਗਾ, ਫਾਇਦਾ ਕੀ ਇਹਦਾ, ਇਹ ਦੱਸੋ। ਇਹਦੇ ਬੇਸ ਉੱਤੇ ਚੰਗੇ ਕਾਲਜਾਂ 'ਚ ਬੱਚਿਆਂ ਨੂੰ ਐਡਮਿਸ਼ਨ ਮਿਲਣ ਲੱਗ ਪਿਆ, ਸੀਟਾਂ ਮਿਲ ਜਾਂਦੀਆਂ। ਹੋਰ ਵੀ ਹੈ, ਆਰਮੀ ਦੇ ਅੰਦਰ ਵੀ ਹੁਣ ਖੋਲ੍ਹ ਦਿੱਤੀਆਂ ਗਈਆਂ ਬॉय ਸਪੋਰਟਸ ਕੰਪਨੀ ਖੁੱਲੀਆਂ। ਅੱਛਾ, ਕੁਝ 14 ਸਾਲ ਦਾ ਬੱਚਾ ਲੈ ਲੈਂਦੇ ਹੋ। ਓਕੇ, ਜਦੋਂ ਦੀ ਏਜ ਆ ਜਾਂਦੀ ਹੈ ਐਨਰੋਲਮੈਂਟ ਦੀ 18-19 ਸਾਲ ਦਾ ਹੁੰਦਾ, ਉਦੋਂ ਫਿਰ ਉਹਨੂੰ ਫੌਜ 'ਚ ਲੈ ਲੈਂਦੇ ਹੋ। ਪਿਛਲੇ ਏਸ਼ੀਅਨ ਗੇਮਸ ਦੇ ਵਿੱਚ 2 ਬੱਚੇ ਸੀਗੇ, ਇੱਕ ਰਾਕੇਸ਼ ਕੁਮਾਰ ਤੇ ਇੱਕ ਜਤਿੰਦਰ। ਲਾਸਟ ਏਸ਼ੀਅਨ ਗੇਮਸ ਦੇ ਵਿੱਚ ਸਿਲਵਰ ਮੈਡਲ ਲੈ ਕੇ ਆਏ ਆ। ਤੇ ਉਹ ਜਤਿੰਦਰ ਨੇ ਹੁਣ ਆਰਮੀ ਛੱਡ ਕੇ ਸਿੱਧਾ ਉਹਨੂੰ ਰਾਜਸਥਾਨ ਸਰਕਾਰ ਨੇ DSP ਲੈ ਲਿਆ। ਤੇ ਜੇ ਘੋੜਸਵਾਰੀ ਕਰਦਾ ਹੀ ਤਾਂ ਜੋ ਇਸ ਲੈਵਲ ਤੱਕ ਪਹੁੰਚਿਆ ਆ ਮਤਲਬ ਜੇ ਤੁਸੀਂ ਘੋੜੇ ਤੇ ਪੈਸੇ ਲਾ ਵੀ ਰਹੇ ਹੋ ਲੱਖਾਂ ਰੁਪਏ, ਤੇ ਕਿਉਂ ਨਾ ਫਿਰ ਇਦਾਂ ਦੇ ਤੇ ਲਾਇਆ ਜਾਵੇ ਜਿਹਦਾ ਕੋਈ ਫਾਇਦਾ ਵੀ ਹੈਗਾ। ਇਹ ਵੀ ਟ੍ਰੇਨਿੰਗ ਲਈ ਹੈ। ਇਹ ਟ੍ਰੇਨਿੰਗ ਦਾ ਇੱਧਰ ਘੋੜੇ ਨੂੰ ਵੱਖਰੀਆਂ ਚਾਲਾਂ ਦਿਖਾਈਆਂ ਜਾਂਦੀਆਂ। ਅੱਛਾ, ਵੀ ਕਿਸ ਮਾਰਕੀਟ ਤੋਂ ਕਿਸ ਮਾਰਕੀਟ ਤੱਕ ਉਹਨੇ ਜਾਣਾ ਵਾ, ਤੇ ਜਿੱਥੇ ਉਹਨਾਂ ਨੇ ਦੱਸਿਆ ਵੀ ਇੱਥੋਂ ਹਾਫ ਪਾਸ ਚੱਲਣਾ ਤੇ ਘੋੜੇ ਨੂੰ ਉਹਨੇ ਤਿਰਛਾ ਆਪਣਾ ਲਿਟਲ ਮੂਵਮੈਂਟ ਹੁੰਦੇ ਆ ਤੇ ਉਹਨੇ ਆਪਣੇ ਪੈਰਾਂ ਨੂੰ ਕ੍ਰਾਸ ਕਰਦੇ ਹੋਏ ਚੱਲਣਾ ਉਧਰ ਨੂੰ। ਅੱਛਾ, ਤੇ ਸਾਰੀਆਂ ਚਾਲਾਂ ਇਹਦੇ ਅੰਦਰ ਵੱਖਰੀਆਂ ਦੱਸੀਆਂ ਜਾਂਦੀਆਂ। ਘੋੜੇ ਤੇ ਕਿੰਨਾ ਸੋਹਣਾ ਕੰਟਰੋਲ ਆ ਤੁਹਾਡਾ, ਕਿੰਨਾ ਵਧੀਆ। ਇੱਥੋਂ ਤੱਕ ਪਹੁੰਚਣ ਲਈ ਪਹਿਲਾ ਸਟੈਪ ਕਿਹੜਾ ਹੈ? ਪਹਿਲਾ ਸਟੈਪ ਜਿੱਦਾਂ ਟ੍ਰੌਟ ਪੋਲਸ ਹੁੰਦੇ ਆ ਜੀ, ਸ਼ੁਰੂ 'ਚ ਅਸੀਂ ਘੋੜੇ ਨੂੰ ਇਹਨਾਂ ਨਾਲ ਇੰਟਰੋਡਿਊਸ ਕਰਵਾਉਂਦੇ ਆ ਤੇ ਉਹ ਸਿੱਧਾ ਆਉਣਾ ਸਿੱਖੇ। ਨਾਲੇ ਤਾਂ ਘੋੜਾ ਸਿੱਧਾ ਚੱਲਦਾ ਇਹਦੇ ਵਿੱਚ, ਨਾਲੇ ਘੋੜਾ ਜਿਹੜਾ ਖੱਬੇ ਸੱਜੇ ਨੂੰ ਪੈਰ ਕਈਆਂ ਡਿਸ਼ਿੰਗ ਕਰਦੇ ਚਾਲ 'ਚ ਖਰਾਬੀ ਹੁੰਦੀ ਆ, ਉਹ ਇੱਥੇ ਆ ਕੇ ਕਾਫੀ ਸੁਧਰ ਜਾਂਦੀ ਹੈ ਇਹਦੇ ਅੰਦਰ। ਤੇ ਜਦੋਂ ਇਹਦਾ ਹੌਲੀ ਹੌਲੀ ਦਾ ਸਟੈਂਡਰਡ ਵਧੀ ਜਾਂਦਾ, ਉਸੇ ਤਰ੍ਹਾਂ ਫਿਰ ਅਸੀਂ ਜੰਪਾਂ ਦੀ ਹਾਈਟ ਤਾਂ ਉੱਪਰ ਛੋਟ ਕਰ ਖੁਦਾ ਕੇ ਤੇ ਬਾਕੀ ਜੰਪਾਂ ਦੇ ਉੱਤੇ ਲੈ ਕੇ ਆਈਏ ਇਹਦਾ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮੁਤਲਕ
ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਚੱਲੇਗੀ ਔਰ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਸਿਧਾਂਤ ਦਿੱਤੇ ਨੇ, ਖਾਸ ਤੌਰ ਦੇ ਉੱਤੇ ਡੈਮੋਕ੍ਰੇਸੀ ਦਾ ਸਿਧਾਂਤ, ਪੰਜ ਪਿਆਰਿਆਂ ਨੂੰ ਆਪ ਤੋਂ ਵੱਡਾ ਸਮਝਣਾ, ਸੰਗਤ ਨੂੰ ਆਪ ਤੋਂ ਵੱਡਾ ਸਮਝਣਾ, ਅਤੇ ਖਾਸ ਤੌਰ ਦੇ ਉੱਤੇ ਜਿਹੜੀਆਂ ਵੀ ਜੰਗਾਂ ਉਹਨਾਂ ਨੇ ਲੜੀਆਂ ਨੇ ਉਹ ਕਿਸੇ ਜ਼ਮੀਨ ਹਥਿਆਉਣ ਲਈ ਨਹੀਂ ਲੜੀਆਂ। ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਪਰਸਨੈਲਿਟੀ ਦੇ ਵੱਖ-ਵੱਖ ਐਂਗਲਸ ਅੱਜ ਸਾਡੇ ਨਾਲ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਡਿਸਕਸ ਕਰਨਗੇ। ਜਿਹੜੇ ਅੱਜ ਜਮਹੂਰੀਅਤ ਦੇ ਸਿਧਾਂਤ ਪੈਦਾ ਕੀਤੇ ਜਾ ਰਹੇ ਨੇ ਜਾਂ ਅਸੀਂ ਅੱਜ ਜਮਹੂਰੀਅਤ ਸਥਾਪਿਤ ਕਰਨ ਦੀ ਗੱਲ ਕਰ ਰਹੇ ਹਾਂ, ਅੱਜ ਤੋਂ ਕਿੰਨੇ ਸੌ ਵਰ੍ਹੇ ਪਹਿਲਾਂ ਗੁਰੂ ਸਾਹਿਬ ਨੇ ਉਹ ਸਿਧਾਂਤ ਸਿੱਖਾਂ ਨੂੰ ਦਿੱਤੇ ਅਤੇ ਉਸ ਦੇ ਆਧਾਰ ਦੇ ਉੱਤੇ ਖਾਲਸੇ ਦੀ ਸਿਰਜਣਾ ਹੋਈ। ਪ੍ਰੋਫੈਸਰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਵਿਲੱਖਣ ਸ਼ਖਸੀਅਤ ਹੈ ਉਹਦੇ ਬਹੁਤ ਸਾਰੇ ਐਂਗਲਸ ਨੇ। ਜੇ ਅੱਜ ਅਸੀਂ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਦੇਖਦੇ ਹਾਂ, ਪਰ ਸਾਹਿਬ ਤੁਸੀਂ ਉਹਨਾਂ ਨੂੰ ਕਿਹੜੇ ਐਂਗਲਸ ਤੋਂ ਦੇਖਦੇ ਹੋ? ਖਾਸ ਤੌਰ 'ਤੇ ਜੇ ਸਿਆਸੀ ਨੁਕਤਾ ਨਿਗਾਹ ਨਾਲ ਵੇਖਦੇ ਹਾਂ ਤਾਂ ਡੈਮੋਕ੍ਰੇਸੀ ਦਾ ਸਿਧਾਂਤ ਗੁਰੂ ਸਾਹਿਬ ਨੇ ਬਹੁਤ ਪਹਿਲਾਂ ਦੇ ਦਿੱਤਾ ਸੀ। ਗੁਰੂ ਸਾਹਿਬ ਦੀ ਪਰਸਨੈਲਿਟੀ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਆ ਕਿ ਗੁਰੂ ਸਾਹਿਬ ਜਿਸ ਵਕਤ ਆਏ ਉਸ ਵੇਲੇ ਉਹਨਾਂ ਦੇ ਹਾਲਾਤ ਕੀ ਸੀ, ਕਿਹਨਾਂ ਹਾਲਾਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ। ਹੁਣ ਉਹਦੇ 'ਚ ਇੱਕ ਗੱਲ ਪਹਿਲਾਂ ਨੋਟ ਕਰਨ ਵਾਲੀ ਇਹ ਗੱਲ ਆ ਕਿ ਜਦੋਂ ਗੁਰੂ ਸਾਹਿਬ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਉੱਪਰ ਇਹ ਸਿੱਖੀ ਨੂੰ ਅੱਗੇ ਲਿਜਾਣ ਦਾ ਜਿਹੜਾ ਬੋਝ ਆਇਆ, ਉਹਦੇ ਵਿੱਚ ਉਸ ਵੇਲੇ ਸਿੱਖ ਆਰਗੇਨਾਈਜੇਸ਼ਨ ਜਿਹੜੀ ਸੀਗੀ ਉਹ ਆਲਮੋਸਟ ਜਿਹੜੀ ਹੈਗੀ ਆ ਉਹ ਧਰਮ ਬਰਮ ਹੋ ਚੁੱਕੀ ਸੀ। ਉਹ ਜਿਹੜਾ ਕੋਈ ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਦੇ ਵਿੱਚ ਜਿਹੜੀ ਆਰਮੀ ਵੀ ਸੀ, ਉਸ ਵੇਲੇ ਉਹਨੇ ਕੋਈ ਆਰਮੀ ਇਨਹੈਰਿਟ ਨਹੀਂ ਕੀਤੀ। ਉਸ ਵੇਲੇ ਆਰਮੀ ਉਹ ਆਲਮੋਸਟ ਖਤਮ ਸੀ। ਬਾਕੀ ਸਿੱਖ ਆਰਗੇਨਾਈਜੇਸ਼ਨ ਜਿੱਥੇ ਤੱਕ ਸੀ, ਇੱਕ ਸਿੱਖ ਆਰਗੇਨਾਈਜੇਸ਼ਨ ਉਸ ਵੇਲੇ ਸਾਰੀ ਜਿਹੜੀ ਸੀਗੀ ਉਹ ਮਸੰਦ ਸਿਸਟਮ ਦੇ ਅਧੀਨ ਚੱਲ ਰਹੀ ਸੀ। ਮਸੰਦ ਸਿਸਟਮ ਨੇ ਬਹੁਤ ਯੋਗਦਾਨ ਪਾਇਆ ਸਿੱਖੀਜ਼ਮ ਨੂੰ ਅੱਗੇ ਲਿਆਉਣ ਦੇ ਵਿੱਚ, ਪਰ ਉਸ ਵੇਲੇ ਤੱਕ ਜਿਹੜੀ ਮਸੰਦ ਸਿਸਟਮ ਦੀ ਹਾਲਤ ਸੀ ਉਹ ਇਹ ਸੀ ਕਿ ਮਸੰਦ ਸਿਸਟਮ ਨੇ ਸਿੱਖ ਆਰਗੇਨਾਈਜੇਸ਼ਨ ਦੇ ਉੱਪਰ ਪੂਰਾ ਕਬਜ਼ਾ ਕਰ ਲਿਆ ਸੀ, ਜਕੜ ਲਿਆ ਸੀ। ਔਰ ਜਿਹੜੀ ਗੁਰੂਸ਼ਿਪ ਦੀ ਸੈਂਟਰਲ ਪਾਵਰ ਸੀ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ। ਉਹ ਇੰਨੀ ਕਮਜ਼ੋਰ ਹੋ ਚੁੱਕੀ ਸੀ ਜਾਂ ਮਸੰਦਾਂ ਦਾ ਜ਼ੋਰ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਸਾਨੂੰ ਯਾਦ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਉਹਨੇ ਇੱਕ ਵਾਰ ਜਿਹੜਾ ਹੈਗਾ ਹਰਿਮੰਦਰ ਸਾਹਿਬ ਦੇ ਵਿੱਚ ਐਂਟਰ ਵੀ ਨਹੀਂ ਹੋਣ ਦਿੱਤਾ। ਮਸੰਦ ਸਿਸਟਮ ਇੰਨਾ ਮਜ਼ਬੂਤ ਹੋ ਗਿਆ ਸੀ। ਸੋ ਇਸ ਪੱਖੋਂ ਵੀ ਆਰਗੇਨਾਈਜੇਸ਼ਨਲੀ ਗੁਰੂ ਸਾਹਿਬ ਨੂੰ ਕੋਈ ਇਨਹੈਰਿਟ ਚੰਗੀ ਚੀਜ਼ ਨਹੀਂ ਉਹਨੇ ਕੀਤੀ। ਬਾਕੀ ਆ ਜਾਂਦੇ ਫਾਈਨੈਂਸਸ। ਆਰਗੇਨਾਈਜੇਸ਼ਨ ਦੇ ਜਿੰਨੇ ਫਾਈਨੈਂਸਸ ਸੀਗੇ ਉਹ ਸਾਰੇ ਮਸੰਦ ਇਕੱਠੇ ਕਰਦੇ ਸੀ। ਮਸੰਦ ਜਿਹੜੇ ਸੀ ਉਹ ਇਕੱਠੇ ਕਰਕੇ ਗੁਰੂ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਂਦੇ ਸੀ। ਇਹ ਰੀਤ ਤੁਰੀ ਆਉਂਦੀ ਸੀ ਪਹਿਲਾਂ ਤੋਂ, ਜਿਸ ਵੇਲੇ ਮਸੰਦ ਸਿਸਟਮ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੇ ਵਿੱਚ ਸ਼ੁਰੂ ਹੋਇਆ। ਪਰ ਬਾਈ ਦੀ ਟਾਈਮ ਗੁਰੂ ਸਾਹਿਬ ਆਏ, ਉਸ ਵੇਲੇ ਮਸੰਦ ਸਿਸਟਮ ਨੇ ਉਹਨੇ ਪੈਸੇ ਇਕੱਠੇ ਕਰਨੇ ਆ, ਦਸਵੰਧ ਇਕੱਠਾ ਕਰਨਾ ਆ, ਪਰ ਉਹ ਗੁਰੂ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਨਹੀਂ ਕਰਾਉਂਦੇ ਆ ਕੇ। ਸੋ ਉਹਦਾ ਮਤਲਬ ਇਹ ਸੀ ਕਿ ਗੁਰੂ ਸਾਹਿਬ ਦੀ ਉਸ ਵੇਲੇ ਜਾਂ ਸਿੱਖ ਆਰਗੇਨਾਈਜੇਸ਼ਨ ਦੀ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੀ ਸੀ ਉਹ ਵੀ ਬਹੁਤ ਖਰਾਬ ਹੋ ਚੁੱਕੀ ਸੀ ਆ ਕੇ। ਅਗਲੀ ਗੱਲ ਉਹਨਾਂ ਦੇ ਵਿੱਚ ਇਹ ਸੀਗੀ ਕਿ ਗੁਰੂ ਸਾਹਿਬ ਜਿਸ ਦਾ ਉਹਨਾਂ ਨੇ ਜਾ ਕੇ ਅਸੀਂ ਕਹਿ ਸਕਦੇ ਹਾਂ ਮੁਕਾਬਲਾ ਕਰਨਾ ਸੀ, ਜਿਹੜਾ ਉਸ ਵੇਲੇ ਸੀ ਉਹ ਉਸ ਵੇਲੇ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਸੀ, ਮੁਗਲ ਸਾਮਰਾਜ। ਉੱਧਰ ਰਸ਼ੀਆ ਦੇ ਵਿੱਚ ਪੀਟਰ ਦੀ ਗ੍ਰੇਟ ਸੀ, ਤਕੜਾ ਸੀ, ਪਰ ਜਿਹੜੀ ਸਭ ਤੋਂ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਜਿਹੜੀ ਸੀ ਉਹ ਮੁਗਲ ਸਾਮਰਾਜ ਸੀ। ਉਸ ਵੇਲੇ ਔਰੰਗਜ਼ੇਬ ਦਾ ਰਾਜ ਸੀ ਔਰ ਪੂਰੇ ਅਰੂਜ 'ਤੇ ਸੀ। ਸੋ ਇੱਕ ਪਾਸਿਓਂ ਤਾਂ ਇੱਧਰ ਆਰਗੇਨਾਈਜੇਸ਼ਨ ਬਹੁਤ ਖਰਾਬ ਹੋਈ ਹੋਈ ਆ, ਉੱਧਰ ਏਸ਼ੀਆ ਦੀ ਮਾਈਟੀਐਸਟ ਪਾਵਰ ਜਿਹੜੀ ਆ ਉਹਦੇ ਨਾਲ ਫੇਸ ਕਰਨਾ ਹੈ। ਸੋ ਇਸ ਸੰਦਰਭ ਦੇ ਵਿੱਚ ਆਪਾਂ ਸਾਰਾ ਦੇਖਾਂਗੇ ਵੀ ਗੁਰੂ ਸਾਹਿਬ ਦਾ ਕੀ ਵਿਅਕਤੀਤਵ ਸੀ, ਕੀ ਪਰਸਨੈਲਿਟੀ ਸੀ ਔਰ ਕਿੱਦਾਂ ਉਹਨੇ ਇਹ ਸਾਰੀ ਸਿਚੁਏਸ਼ਨ ਨੂੰ ਫੇਸ ਕੀਤਾ ਜਾ ਕੇ। ਉਹਨੇ ਜੇ ਹੁਣ ਆਪਾਂ ਇਹ ਕਹਿ ਦਈਏ ਵੀ ਧਰਮ ਤਾਂ ਸਿਆਸਤ ਦੀ ਗੱਲ ਹੈ, ਉਹਨੇ ਧਰਮ ਤਾਂ ਸਿਆਸਤ ਨੂੰ ਜੋੜਿਆ। ਔਰ ਇਹ ਜਿਹੜੀ ਧਰਮ ਤਾਂ ਸਿਆਸਤ ਦੀ ਗੱਲ ਆ, ਇੱਕ ਮੈਂ ਇਹ ਪਹਿਲਾਂ ਜ਼ਰੂਰ ਵਾਜ਼ਿਹ ਕਰਦੇ ਹਾਂ ਵੀ ਇਹ ਇੰਡੀਅਨ ਹਿਸਟਰੀ ਜਾਂ ਈਵਨ ਵਰਲਡ ਹਿਸਟਰੀ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਹਰ ਧਰਮ ਸਿਆਸਤ ਨਾਲ ਜੁੜਿਆ। ਇਹ ਇਕੱਲਾ ਸਿੱਖੀਜ਼ਮ ਨਹੀਂ ਹੈ ਕਹਿ ਦਿੰਦੇ ਵੀ ਸਿੱਖ ਸਿਆਸਤ ਦੇ ਧਰਮ ਤਾਂ ਸਿਆਸਤ ਇੱਕ ਕਰਦੇ ਆ। ਸਾਰੇ ਧਰਮ ਜਿਹੜੇ ਹੈਗੇ ਆ ਉਹ ਸਿਆਸਤ ਨਾਲ ਜੁੜਿਆ। ਰਾਈਟ ਫਰੋਮ ਤੁਸੀਂ ਆਪਾਂ ਮਹਾਭਾਰਤ ਤੋਂ ਲੈ ਕੇ ਇੰਡੀਆ ਦਾ ਦੇਖ ਲਏ, ਧਰਮ ਉਹਦਾ ਹਿੱਸਾ ਰਿਹਾ ਸਿਆਸਤ ਦਾ ਜਾ ਕੇ। ਕ੍ਰਿਸਚੀਅਨਿਟੀ ਦੇ ਵਿੱਚ ਧਰਮ ਹਿੱਸਾ ਰਿਹਾ, ਇਸਲਾਮ ਦੇ ਵਿੱਚ ਧਰਮ ਹਿੱਸਾ ਰਿਹਾ। ਸੋ ਇਸ ਗੱਲ ਕਰਕੇ ਗੁਰੂ ਸਾਹਿਬ ਨੇ ਵੀ ਆਪਣੇ ਜਿਹੜੇ ਵਿਊ ਸੇ ਬੜੇ ਕਲੀਅਰ ਕੱਟ ਸ਼ਬਦਾਂ ਵਿੱਚ ਸਿਆਸਤ ਬਾਰੇ ਦਿੱਤਾ। ਉਹ ਇੱਕ ਗੱਲ ਇੱਥੇ ਬਹੁਤ ਕਲੀਅਰ ਕਰਨ ਵਾਲੀ ਗੱਲ ਆ ਕਿ ਸਿੱਖੀ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਖਾਲਸੇ ਦੀ ਕ੍ਰੀਏਸ਼ਨ ਵੇਲੇ ਆਪਣੇ ਵਿਚਾਰ ਦਿੱਤੇ ਆ, ਉਹਦੇ ਵਿੱਚ ਬਾਦਸ਼ਾਹਤ ਲਈ ਕੋਈ ਜਗ੍ਹਾ ਨਹੀਂ ਹੈ, ਕਿੰਗਸ਼ਿਪ ਲਈ ਕੋਈ ਜਗ੍ਹਾ ਨਹੀਂ ਹੈ। ਇੱਕ ਡੈਮੋਕ੍ਰੈਟਿਕ ਸਿਸਟਮ ਉਹਨੇ ਦਿੱਤਾ ਔਰ ਕਲੈਕਟਿਵ ਲੀਡਰਸ਼ਿਪ ਦਾ ਦਿੱਤਾ। ਸਾਂਝੀ
ਲੀਡਰਸ਼ਿਪ ਤੁਸੀਂ ਦਾ ਪੋਲਟ ਬਿਊਰੋ ਦਾ ਹਾਂ 5 ਪਿਆਰੇ ਜਿਹਨੂੰ ਆਪਾਂ ਕਹਿ ਸਕਦੇ ਕਲੈਕਟਿਵ ਲੀਡਰਸ਼ਿਪ ਆ ਆਪਣੀ ਸਾਂਝੀ ਲੀਡਰਸ਼ਿਪ ਹੋਣੀ ਆ ਇੱਕ ਬੰਦੇ ਦੇ ਹੱਥ ਵਿੱਚ ਨਹੀਂ ਹੈ ਉਹਨੂੰ ਨਹੀਂ ਉਹ ਇੱਕ ਜਿੱਦਾਂ ਕੈਬਨਿਟ ਕਹਿ ਸਕਦੇ ਆ ਕੁਝ ਵੀ ਕਹਿ ਸਕਦੇ ਆ ਔਰ ਉਹ ਤੋਂ ਵੀ ਹੇਠਾਂ ਉਹਦੀ ਜਿਹੜੀ ਸੀ ਉਹ ਤੋਂ ਹੇਠਾਂ ਵੀ ਫਿਰ ਇੱਕ ਸੰਗਤ ਜਿਹੜੀ ਸੀ ਉਹ ਲੀਡਰਸ਼ਿਪ ਤੋਂ ਵੀ ਉੱਪਰ ਕੀਤੀ ਉਹਦੀ ਔਰ ਸੰਗਤ ਬਾਰੇ ਗੁਰੂ ਸਾਹਿਬ ਨੇ ਇਹ ਕਿਹਾ ਵੀ ਜਿਹੜੀ ਸੰਗਤ ਆ ਉਹ ਗੁਰੂ ਤੋਂ ਵੀ ਉੱਪਰ ਹੈ ਬਿਲਕੁਲ ਹੁਣ ਮੇਰਾ ਖਿਆਲ ਹੈ ਥਿੰਦ ਸਾਹਿਬ ਇੱਦਾਂ ਦੀ ਮਿਸਾਲ ਜਿੱਥੇ ਤੱਕ ਮੈਨੂੰ ਪਤਾ ਹੈ ਹਿਸਟਰੀ ਦੇ ਵਿੱਚ ਨਹੀਂ ਮਿਲਦੀ ਵੀ ਜਿਹੜੇ ਕੋਲ ਪਾਵਰ ਹੈ ਉਹ ਆਪਣੀ ਪਾਵਰ ਨੂੰ ਸਬਆਰਡੀਨੇਟ ਕਰ ਰਿਹਾ ਆਪਣੀ ਆਪਾਂ ਖੁਦ ਪਾਵਰ ਨੂੰ ਹੇਠਾਂ ਸਿੱਟ ਰਿਹਾ इन्हीं की कृपा से सजे हम इन्हीं की कृपा से सजे हमने मोसो गरीब करोड़ पड़े हैं ਸੋ ਉਹ ਇੱਕ ਤਾਂ ਇਹ ਗੱਲ ਹੋ ਗਈ ਆ ਵੀ ਬਾਦਸ਼ਾਹਤ ਦੇ ਲਈ ਕੋਈ ਥਾਂ ਨਹੀਂ ਹੈ ਹੁਣ ਉਹਦੇ ਵਿੱਚ ਸਵਾਲ ਇਹ ਆ ਜਾਂਦਾ ਜੀ ਵੀ ਜੇ ਬਾਦਸ਼ਾਹਤ ਦੇ ਵਿੱਚ ਥਾਂ ਨਹੀਂ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜਾ ਹੈਗਾ ਆ ਉਹ ਰਾਜ ਕੀ ਉਹ ਸਿੱਖ ਰਾਜ ਨਹੀਂ ਸੀ ਹੁਣ ਤੇ ਸਾਹਿਬ ਇਹਨੂੰ ਜੇ ਹਿਸਟਰੀ ਨੂੰ ਆਪਾਂ ਬਹੁਤ ਕਲੋਜ਼ਲੀ ਦੇਖੀਏ ਨਾ ਕਲੋਜ਼ਲੀ ਇਹ ਦੇਖਿਆ ਜਿਹੜੀ ਗੁਰੂ ਸਾਹਿਬ ਨੇ ਦਿੱਤਾ ਸੀਗਾ ਨਾ ਜੀ ਵੀ ਤੁਸੀਂ ਕਿੱਦਾਂ ਚਲਾਉਣੀ ਹੈਗਾ ਵੀ ਇਕੱਠੇ ਹੋ ਕੇ ਗੁਰਮਤਾ ਕਰਨਾ ਗੁਰਮਤਾ ਸੰਗਤ ਨੇ ਕਰਨਾ ਹੈਗਾ ਸਰਬੱਤ ਖਾਲਸੇ ਨੇ ਜੁੜਨਾ ਹੈ ਗੁਰਮਤਾ ਕਰਨਾ ਜਿਹੜਾ ਗੁਰਮਤੇ ਦਾ ਫੈਸਲਾ ਹੋਊਗਾ ਉਹ ਫੈਸਲਾ ਸਾਰਿਆਂ ਦੇ ਉੱਤੇ ਲਾਗੂ ਹੋਊਗਾ ਹੁਣ ਇਹ ਜਿਹੜਾ ਚੀਜ਼ ਆ ਇਹ ਗੁਰੂ ਸਾਹਿਬ ਤੋਂ ਬਾਅਦ ਜਾਂ ਪੀਰੀਅਡ ਆਉਂਦਾ ਬੰਦੇ ਬਹਾਦਰ ਦਾ ਜੀ ਬੰਦੇ ਬਹਾਦਰ ਤੋਂ ਫਿਰ ਡਾਰਕ ਪੀਰੀਅਡ ਆਉਂਦਾ ਉਹ ਤੋਂ ਬਾਅਦ ਫਿਰ ਸਿੱਖ ਮਿਸਲਾਂ ਦਾ ਪੀਰੀਅਡ ਆ ਜਾਂਦਾ ਸਿੱਖ ਮਿਸਲਾਂ ਨੇ ਟੋਟਲੀ ਜਿਹੜਾ ਰਾਜ ਇਹਦੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਜਿਹੜਾ ਸੀਗਾ ਉਹਨੇ ਇੱਕ ਰਾਜਾ ਨਹੀਂ ਬਣਾਇਆ ਉਹ ਜਿਹੜੀਆਂ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ ਗੁਰਮਤਾ ਕਰਦੀਆਂ ਸੀ ਉਹ ਸਰਬੱਤ ਖਾਲਸੇ ਦੀ ਮੀਟਿੰਗ ਹੁੰਦੀ ਸੀ ਗੁਰਮਤੇ ਦੇ ਵਿੱਚ ਜਿਹੜਾ ਫੈਸਲਾ ਆ ਉਹ ਸਾਰਿਆਂ 'ਤੇ ਲਾਗੂ ਹੁੰਦਾ ਸੀ ਪਰ ਉਹ ਜਿਹੜਾ ਫੈਸਲਾ ਸੀਗਾ ਜੀ ਉਹ ਜਿਹੜਾ ਰਾਜ ਪ੍ਰਬੰਧ ਜਿਹੜਾ ਉਹਨੇ ਦਾ ਚਲਾਉਣ ਦੀ ਕੋਸ਼ਿਸ਼ ਕੀਤੀ ਉਹ ਚੱਲਿਆ ਨਹੀਂ ਜੀ ਚੱਲਿਆ ਇਸ ਕਰਕੇ ਨਹੀਂ ਹੈ ਜੀ ਵੀ ਉਹ ਸਮੇਂ ਤੋਂ ਬਹੁਤ ਪਹਿਲਾਂ ਦੀ ਗੱਲ ਸੀ ਲੋਕ ਉਹਦੇ ਲਈ ਰੈਡੀ ਨਹੀਂ ਸੀ ਉਹ ਤਾਂ ਅੱਜ ਦੇ ਸਮੇਂ ਦੀ ਗੱਲ ਹੈ ਅੱਜ ਦੇ ਸਮੇਂ ਦੀ ਗੱਲ ਹੈ ਉਹ ਤੋਂ ਬਾਅਦ ਜਦ ਮਹਾਰਾਜਾ ਰਣਜੀਤ ਸਿੰਘ ਹੁਣੀ ਆਏ ਉਹਨੇ ਦੇਖਿਆ ਵੀ ਇਹ ਇੱਦਾਂ ਚੱਲਣਾ ਨਹੀਂ ਹੈਗਾ ਸੋ ਨਹੀਂ ਗੁਰਮਤੇ ਨੂੰ ਥੋੜ੍ਹੀ ਦੇਰ ਤੱਕ ਬਰਕਰਾਰ ਰੱਖਿਆ ਪਰ ਮੇਰਾ ਖਿਆਲ 1813 ਜਾਂ 14 ਦੇ ਵਿੱਚ ਉਹਨੇ ਫਿਰ ਗੁਰਮਤਾ ਖਤਮ ਕਰਤਾ ਆਪਣਾ ਰਾਜ ਐਸਟੈਬਲਿਸ਼ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਰਾਜ ਤਾਂ ਆਪਣਾ ਉਹ ਕੀਤਾ ਪਰ ਫਿਰ ਵੀ ਉਹ ਕਹਿੰਦੇ ਇਹੀ ਸੀ ਸਰਕਾਰੇ ਖਾਲਸਾ ਵੀ ਮੈਂ ਤਾਂ ਇੱਕ ਰਿਪਰੈਜ਼ੈਂਟੇਟਿਵ ਦੇ ਤੌਰ 'ਤੇ ਹੀ ਹਾਂ ਜਾ ਕੇ ਜਿੰਨਾ ਉਹ ਸਿੱਖ ਸਿਧਾਂਤਾਂ ਦੇ ਮੁਤਾਬਕ ਉਸ ਸਮੇਂ ਦੇ ਵਿੱਚ ਰਾਜ ਨੂੰ ਚਲਾ ਸਕਦੇ ਸੀ ਉਹਨੇ ਚਲਾਇਆ ਔਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਮਹਾਰਾਜਾ ਰਣਜੀਤ ਸਿੰਘ ਕਰਕੇ ਨਹੀਂ ਹੈ ਇਹ ਸਮੇਂ ਦੀ ਸੀ ਕਿਉਂਕਿ ਉਹ ਸਮਾਂ ਰੈਡੀ ਨਹੀਂ ਸੀ ਉਸ ਦੇ ਲਈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਾਂ ਹੁਣ ਉਹ ਕੁਝ ਹੋ ਰਿਹਾ ਹੁਣ ਤਾਂ ਜਿਹੜੀ ਹੈਗੀ ਆ ਕਲੈਕਟਿਵ ਲੀਡਰਸ਼ਿਪ ਵੀ ਹੈਗੀ ਆ ਡੈਮੋਕ੍ਰੈਟਿਕ ਸਿਸਟਮ ਵੀ ਹੈਗਾ ਆ ਸੰਗਤ ਵੀ ਗੱਲ ਫੈਸਲੇ ਕਰਦੀ ਆ ਸੋ ਇੱਕ ਤਾਂ ਜਿਹੜੀ ਹੈਗੀ ਆ ਇਹ ਗੱਲ ਆਪਾਂ ਸਾਫ਼ ਕਰ ਲਈਏ ਵੀ ਕਿੰਗਸ਼ਿਪ ਜਿਹੜੀ ਹੈਗੀ ਆ ਉਹ ਹੈ ਨਹੀਂ ਦੇਖੋ ਬੜਾ ਸਪਸ਼ਟ ਸ਼ਬਦ ਆ ਰਾਜਨ ਕੋ ਮੈਂ ਰੰਕ ਬਣਾਊਂ ਭੂਪ ਗਰੀਬਨ ਕੋ ਕਹਿਲਾਊਂ ਕੱਲਾ ਇਹ ਹੀ ਨਹੀਂ ਹੈ ਥਨ ਸਾਹਿਬ ਪੇ ਜਿਹੜਾ ਗੁਰੂ ਸਾਹਿਬ ਨੇ ਰਾਜਨ ਕੋ ਰੰਕ ਬਣਾਉਣ ਦੀ ਗੱਲ ਕੀਤੀ ਆ ਸਿੱਖੀਜ਼ਮ ਦੇ ਵਿੱਚ ਪਹਿਲਾਂ ਤੋਂ ਹੀ ਰਾਜਿਆਂ ਪ੍ਰਤੀ ਕੋਈ ਇੱਦਾਂ ਦੀ ਗੱਲ ਰਾਜੇ ਸ਼ੀ ਮੁਕੱਦਮ ਕੁੱਤੇ ਇਹ ਪਹਿਲਾਂ ਤੋਂ ਹੀ ਜਿਹੜਾ ਹੈਗਾ ਆ ਸਿੱਖੀ ਨੇ ਇਹਨੂੰ ਨਕਾਰਿਆ ਸੋ ਜਿਹੜਾ ਹੈਗਾ ਆ ਸਿੱਖੀਜ਼ਮ ਆਲਵੇਜ਼ ਜਿਹੜਾ ਹੈਗਾ ਇਹ ਡੈਮੋਕ੍ਰੈਟਿਕ ਸਿਸਟਮ ਦੇ ਉੱਪਰ ਖੜਾ ਹੈਗਾ ਸਿੱਖ ਪੋਲਿਟੀ ਜਿਹੜੀ ਆ ਡੈਮੋਕ੍ਰੈਟਿਕ ਸਿਸਟਮ ਦੇ ਉੱਪਰ ਖੜੀ ਹੈਗੀ ਆ ਅਤੇ ਇਹਦਾ ਹੀ ਉਹਨਾਂ ਨੇ ਉਸ ਵੇਲੇ ਪ੍ਰਚਾਰ ਕੀਤਾ ਸੋ ਇੱਕ ਤਾਂ ਇਹ ਗੱਲ ਕਲੀਅਰ ਹੋ ਗਈ ਆਪਣੀ ਗੁਰੂ ਸਾਹਿਬ ਦੀ ਪਰਸਨੈਲਿਟੀ ਦੀ ਸੀ ਵੀ ਉਹ ਟਰੂਲੀ ਡੈਮੋਕ੍ਰੈਟਿਕ ਸੀ ਔਰ ਪਰ ਉਹ ਜਿਹੜੀ ਗੱਲ ਉਹਨੇ ਕੀਤੀ ਉਹ ਅੱਜ ਤੋਂ 300 ਸਾਲ ਪਹਿਲਾਂ ਗੱਲ ਕੀਤੀ ਉਹਨੇ 300 ਸਾਲ ਨਾਲੋਂ ਵੀ ਵੱਧ ਪਹਿਲਾਂ ਗੱਲ ਕੀਤੀ ਜਾ ਕੇ ਔਰ ਉਸ ਵੇਲੇ ਜਿਹੜੀ ਸੀ ਪੀਪਲ ਆਫ ਇੰਡੀਆ ਪੀਪਲ ਜਾਂ ਪੰਜਾਬ ਦੇ ਜਿਹੜੇ ਉੱਥੇ ਦੇ ਲੋਕ ਸੀ ਉਹ ਉਸ ਵੇਲੇ ਤਿਆਰ ਨਹੀਂ ਸੀ ਉਸ ਵੇਲੇ ਕਿਉਂਕਿ ਉਹਨੇ ਤਾਂ ਰਾਜ ਦੇਖਿਓ ਸੀ ਅਬਦਾਲੀ ਦਾ ਦੇਖਿਆ ਸੀ ਉਹ ਤਾਂ ਔਰੰਗਜ਼ੇਬ ਦਾ ਦੇਖਦਾ ਸੀ ਮੁਗਲਾਂ ਦੇ ਜ਼ਬਰ ਦੇ ਬਾਦਸ਼ਾਹ ਲਈ ਤਿਆਰ ਸੀ ਜੱਦੀ ਪੁਰਸ਼ੀ ਕੰਮ ਚੱਲਦਾ ਹੁੰਦਾ ਸੀਗਾ ਜਾ ਕੇ ਪਰ ਇਹ ਉਹਨਾਂ ਦੀ ਇਹ ਸੂਝ ਸੀ ਵੀ ਉਹਨੇ 300 ਸਾਲ ਪਹਿਲਾਂ ਇਹ ਕਨਸੈਪਟ ਦਿੱਤਾ ਜਿਹੜਾ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਅਪਣਾਇਆ ਜਾ ਰਿਹਾ ਅੱਜ ਸਾਰੀ ਦੁਨੀਆ ਜਿਹੜੀ ਹੈਗੀ ਆ ਉਹਨੂੰ ਐਕਸੈਪਟ ਕਰ ਰਹੀ ਹੈ ਜਿਹੜੀ ਹੈਗੀ ਹੈ ਅੱਛਾ ਅਗਲੀ ਗੱਲ ਥਿੰਦ ਸਾਹਿਬ ਆ ਜਾਂਦੀ ਆ ਧਰਮ ਦੀ ਗੱਲ ਹੁਣ ਧਰਮ ਦੀ ਜਿੱਥੇ ਤੱਕ ਗੱਲ ਆਉਂਦੀ ਹੈਗੀ ਆ ਜਾ ਕੇ ਵੀ ਉਹ ਪਹਿਲੀ ਗੱਲ ਤਾਂ ਗੁਰੂ ਸਾਹਿਬ ਨੇ ਇਹ ਬਿਲਕੁਲ ਕਿਤੇ ਵੀ ਕਲੇਮ ਨਹੀਂ ਕੀਤਾ ਹੈਗਾ ਵੀ ਮੇਰਾ ਕੋਈ ਡਿਵਾਈਨ ਰਾਈਟ ਦਾ ਅਧਿਕਾਰ ਆ ਵੀ ਮੈਨੂੰ ਕੋਈ ਜਿਹੜਾ ਹੈਗਾ ਰੱਬੀ ਸ਼ਕਤੀ ਨੇ ਭੇਜਿਆ ਜਾ ਕੇ ਔਰ ਮੈਂ ਤਾਂ ਰਾਜ ਕਰ ਰਿਹਾ ਆਲਮੋਸਟ ਪਹਿਲਾਂ ਸਾਰਿਆਂ ਧਰਮਾਂ ਦੇ ਵਿੱਚ ਜਿਹੜੇ ਬੰਦੇ ਸੀ ਉਹਨੇ ਆਪਣੇ ਆਪ ਦਾ ਕਲੇਮ ਕੀਤਾ ਕਿਸੇ ਨੇ ਦੇਵਤਾ ਕਲੇਮ ਕੀਤਾ ਕਿਸੇ ਨੇ ਮੈਸੇਂਜਰ ਕਲੇਮ ਕੀਤਾ ਕਿਸੇ ਨੇ ਬੇਟਾ ਕਲੇਮ ਕੀਤਾ ਕਿਸੇ ਨੇ ਇਸ ਤਰ੍ਹਾਂ ਪੇ ਉਹਦਾ ਹੀ ਰੂਪ ਆ ਜਾ ਕੇ ਅਸੀਂ ਮੈਂ ਉਹਦੇ ਇਸ ਕਿਸਮ ਨਾਲ ਨਹੀਂ ਜੋੜਿਆ ਗੁਰੂ ਸਾਹਿਬ ਨੇ ਇਸ ਕਿਸਮ ਦੇ ਨਾਲ ਉਹਨੇ ਕੋਈ ਕਿਹਾ ਸਗੋਂ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਜੋ ਹਮ ਕੋ ਪਰਮੇਸ਼ਰ ਉਚਰੇ ਜਿਹੜਾ ਮੈਨੂੰ ਪਰਮੇਸ਼ਰ ਕਹੂਗਾ ਨਰਕ ਵਿੱਚ ਸੜੂਗਾ ਹੋ ਜਾ ਕੇ ਮੈਂ ਮੈਂ ਨਹੀਂ ਹੈ ਮੈਂ ਕੋਈ ਰੂਪ ਨਹੀਂ ਉਹਦਾ ਹੈਗਾ ਮੈਂ ਤਾਂ ਪਰਮ ਪੁਰਖ ਦਾ ਦਾਸਾ ਦੇਖਣ ਆਇਆ ਜਗਤ ਮੱਸਾ ਤਾਂ ਮੈਂ ਤਾਂ ਹੋਵੇ ਕਹਾਂਗਾ ਜਿਹੜਾ ਦੁਨੀਆ ਦੇਖਣ ਆਉਣਾ ਦਾਸ ਹੈ ਕਿਹਦੇ ਦੇਸ ਦਾਸ ਹੈ
ਇੱਦਾਂ ਨਹੀਂ ਹੋਇਆ ਹੈ ਜਾ ਕੇ ਵੀ ਜਿਹੜਾ ਇੱਦਾਂ ਸਾਨੂੰ ਮੰਨੂਗਾ ਉਹੀ ਧਾਰਮਿਕ ਹੈ। ਨਹੀਂ ਆਮ ਇੱਦਾਂ ਹੁੰਦੇ ਜਾ ਕੇ ਵੀ ਜਿਹੜਾ ਇਹਨਾਂ ਗੱਲਾਂ ਦੇ ਵਿੱਚ ਇਹ ਆ ਆਹ ਇੱਦਾਂ ਹੋਵੇ ਤਾਂ ਉਹ ਧਾਰਮਿਕ ਆ। ਉਹਨੇ ਨਹੀਂ ਕਿਹਾ ਦੇਹੁਰਾ ਮਸੀਤ ਸੋਈ ਪੂਜਾ ਔਰ ਨਮਾਜ਼ ਸੋਈ, ਉਹੀ ਉਹਨੇ ਬੜੇ ਸ਼ਬਦਾਂ 'ਚ ਕਿ ਵੀ ਇੱਕੋ ਹੀ ਹੈ ਸਾਰੇ। ਮਾਨਸ ਸਭ ਏਕ ਹੈ, ਇੱਕ ਕੋ ਪਰਮਾਏ ਹੈ ਜਾ ਕੇ ਮਾਨਸ ਕੀ ਸਭ ਇੱਕ ਹੀ, ਮਾਨਸ ਕੀ ਜ਼ਾਤ ਸਭ ਸਭ ਏਕ ਹੀ ਪਹਿਚਾਨ। ਇੱਕ ਹੀ ਪਹਿਚਾਨ ਮੋਈ। ਸਾਰੀ ਮਨੁੱਖਤਾ ਇੱਕ ਆ, ਸਾਰੀ ਹਿਊਮੈਨਿਟੀ ਇੱਕ ਆ ਜਾ ਕੇ। ਇਹ ਜਿਹੜਾ ਹੈਗਾ ਸੰਦੇਸ਼ ਜਿਹੜਾ ਆ ਉਹ ਸਾਨੂੰ ਉਹਨੇ ਧਾਰਮਿਕ ਤੌਰ 'ਤੇ ਜਾਣੀ ਦਿੱਤਾ। ਔਰ ਉਹਦੇ ਵਿੱਚ ਵੀ ਤੁਸੀਂ ਦੇਖੋ ਵੀ ਇਹ ਕਿਸੇ ਲਈ ਨਹੀਂ ਹੈ ਲਾਗੂ ਹੁੰਦਾ ਜਾ ਕੇ ਵੀ ਇੱਕ ਫਿਰਕੇ ਦੇ ਲਈ ਆ ਜਾਂ ਇੱਕ ਜ਼ਾਤ ਲਈ ਆ ਜਾਂ ਇੱਕ ਧਰਮ ਲਈ ਆ ਜਾਂ ਇੱਕ ਦੇਸ਼ ਲਈ ਵੀ ਹੈਗਾ ਜਾ ਕੇ। ਸਾਰਿਆਂ 'ਤੇ ਲਾਗੂ ਹੁੰਦਾ ਜਿਹੜਾ ਉਹਨੇ। ਇਹ ਹੁਣ 60s ਦੇ ਵਿੱਚ ਆ ਕੇ 1960ਵਿਆਂ ਦੇ ਵਿੱਚ 50ਵਿਆਂ ਦੇ ਵਿੱਚ ਦਰਅਸਲ ਮਨੁੱਖੀ ਹੱਕਾਂ ਦੀ ਵਿਕਾਸ ਦੀ ਗੱਲ ਚੱਲੀ, ਹਿਊਮਨ ਰਾਈਟਸ ਦੀ ਗੱਲ ਚੱਲੀ ਕਿ ਮਨੁੱਖਾਂ ਦੇ ਹੱਕ ਕੀ ਨੇ। ਹਾਲੇ ਤੱਕ ਵੀ ਉਹਦੇ 'ਚ ਡਿਵੈਲਪਿੰਗ ਫੀਲਡ ਆ, ਲੜਾਈਆਂ ਵੀ ਹੋਈਆਂ, ਉਹ ਜ਼ਿਆਦਾ ਮਨੁੱਖੀ ਹੱਕਾਂ ਲਈ। ਦੇਖੋ ਗੁਰੂ ਸਾਹਿਬ ਨੇ ਜਿੱਦਾਂ ਪਹਿਲਾਂ ਬਿਗਨਿੰਗ ਦੇ ਵਿੱਚ ਤੁਸੀਂ ਇੱਕ ਗੱਲ ਕੀਤੀ ਸੀ, ਉਹਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਇਹ ਆ ਵੀ ਜਿਹੜੇ ਬਿਲਕੁਲ ਹੀ ਦਬਿਓ ਕੁਚਲੇ ਔਰ ਗਰੀਬ ਮਾੜਕੂ ਲੋਕ ਜਿਹਨਾਂ ਸੇ ਡਾਊਨ ਟ੍ਰੋਡਨ ਲੋਕ ਸੇ, ਉਹਨਾਂ ਲੋਕਾਂ ਨੂੰ ਤਿਆਰ ਕਰਕੇ ਏਸ਼ੀਆ ਦੀ ਮਾਈਟੀਐਸਟ ਪਾਵਰ ਦੇ ਖਿਲਾਫ ਲੜਾ ਦੇਣਾ ਇਹ ਮਿਰੇਕਲ ਹੈ। ਇਹ ਇੱਕ ਮਿਰੇਕਲ ਹੈਗਾ ਜਾ ਕੇ ਵੀ ਇਹਨਾਂ ਨੂੰ ਰੈਡੀ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ। ਪਰ ਜਿਹੜੇ ਸਿੱਖਾਂ ਦੇ ਰਿਵੋਲਟ ਹੋਏ ਨੇ ਜਾਂ ਮਿਲੀਟੈਂਸੀ ਪੈਦਾ ਹੋਈ ਆ ਜਾਂ ਫਰਜ਼ ਕਰੋ ਟੈਕਸ ਨਹੀਂ ਪੇ ਕਰਨਾ, ਉਹ ਵੀ ਉਸੇ ਰੰਜਿਸ਼ 'ਚੋਂ ਪੈਦਾ ਹੋਈ ਆ। ਜਦੋਂ ਉਹਨਾਂ ਦੇ ਮਨੁੱਖੀ ਹੱਕਾਂ ਦੀ ਤਲਾਫੀ ਹੋਈ ਉਦੋਂ ਉਹਨਾਂ ਨੇ ਟੈਕਸਸ ਦੇਣੇ ਬੰਦ ਕਰ ਦਿੱਤੇ ਜਾਂ ਰਿਵੋਲਟ। ਉਹ ਤਾਂ ਸਿੰਧ ਸਾਹਿਬ ਲਾਸਟ ਮੋਮੈਂਟ ਤੱਕ ਵੀ ਜਿਹੜੇ ਇਹ ਚਾਹੁੰਦੇ ਰਹੇ ਵੀ ਬੈਠ ਕੇ ਗੱਲ ਹੋਵੇ ਜੇ ਇਹ ਕੋਈ ਬਹਾਦਰ ਸ਼ਾਹ ਨਾਲ ਵੀ ਇਹੀ ਪ੍ਰਪੋਜ਼ਲ ਸੀ। ਇਹਦੇ ਬਾਰੇ ਵੀ ਉਹਨੀ ਜਿਹੜੀ ਬੜਾ ਕਲੀਅਰ ਹੋਇਆ ਵੀ ਇਹ ਰਸਤਾ ਨਹੀਂ ਹੈ, ਇਹ ਜਿਹੜਾ ਤਲਵਾਰ ਦਾ ਰਸਤਾ ਇਹ ਤਾਂ ਉਸ ਵੇਲੇ ਆ ਜਦੋਂ ਸਭ ਕੁਝ ਹੀ ਖਤਮ ਹੋ ਜਾਏ। ਲਾਸਟ ਰਿਸੋਰਟ ਹੈ ਜਿਹੜਾ। ਔਰ ਜਿਹੜੀ ਉਹਨਾਂ ਦੀ ਤਲਵਾਰ ਚੱਲੀ ਨਾ, ਉਹ ਤਲਵਾਰ ਜਿਹੜੀ ਹੈਗੀ ਆ ਕਿਸੇ ਫਿਰਕੇ ਦੇ ਖਿਲਾਫ ਨਹੀਂ ਚੱਲੀ ਹੈ। ਇਹ ਗੱਲ ਬਹੁਤ ਨੋਟ ਕਰਨ ਵਾਲੀ ਹੈ ਗੱਲ ਵੀ ਕਿਸੇ ਫਿਰਕੇ ਦੇ ਖਿਲਾਫ ਨਹੀਂ ਚੱਲੀ, ਜ਼ੁਲਮ ਦੇ ਖਿਲਾਫ ਜਿਹੜੀ ਹੈਗੀ ਤਲਵਾਰ ਚੱਲੀ। ਜੇ ਉਹ ਜ਼ੁਲਮ ਜਿਹੜਾ ਸੀਗਾ ਮੁਗਲ ਹਾਕਮਾਂ ਨੇ ਕੀਤਾ ਤਾਂ ਉਹ ਮੁਗਲ ਹਾਕਮਾਂ ਦੇ ਖਿਲਾਫ ਤਲਵਾਰ ਚੱਲੀ। ਜੇ ਉਹ ਜ਼ੁਲਮ ਪਹਾੜੀ ਰਾਜਿਆਂ ਨੇ ਕੀਤਾ ਤਾਂ ਹਿੰਦੂ ਪਹਾੜੀ ਰਾਜਿਆਂ ਦੇ ਖਿਲਾਫ ਤਲਵਾਰ ਚੱਲੀ। ਜੇ ਉਹ ਜ਼ੁਲਮ ਸਿੱਖ ਮਸੰਦਾਂ ਨੇ ਕੀਤਾ ਤਾਂ ਉਹ ਤਲਵਾਰ ਸਿੱਖ ਮਸੰਦਾਂ ਦੇ ਖਿਲਾਫ ਚੱਲੀ ਜਾ ਕੇ। ਸੋ ਇਸ ਕਰਕੇ ਜਿੱਦਾਂ ਹੁਣ ਉਹ ਭੰਗਾਣੀ ਦੀ ਲੜਾਈ ਦੇ ਵਿੱਚ ਜਦੋਂ ਪੀਰ ਬੁੱਧੂ ਸ਼ਾਹ ਦੇ ਬੰਦੇ ਆਏ ਤਾਂ ਉਹਨੇ ਹੈਲਪ ਕੀਤੀ ਤਾਂ ਉਹ ਵਿੱਚ ਪਏ ਸੀ। ਇੱਕ ਬੰਦੇ ਨੂੰ ਗੁਰੂ ਸਾਹਿਬ ਨੇ ਇੱਕ ਮੁਸਲਮਾਨ ਨੂੰ ਇਹਦਾ ਜੱਫੀ ਪਾਈ ਤਾਂ ਉਹਨੇ ਕਿਹਾ ਜੀ ਗੁਰੂ ਸਾਹਿਬ ਨੇ ਕਿਹਾ ਇਹ ਮੇਰਾ ਸਿੱਖ ਹੈ। ਉਹਨੇ ਕਿਹਾ ਜੀ ਇਹ ਮੁਸਲਮਾਨ ਹੈ। ਕਹਿੰਦੇ ਮੈਨੂੰ ਨਹੀਂ ਪਤਾ ਕੀ ਹੈ, ਇਹ ਮੇਰਾ ਸਿੱਖ ਹੈ ਜਾ ਕੇ। ਠੀਕ ਹੈ ਨਾ। ਇਹ ਹੁਣ ਗੱਲਾਂ ਸਾਡੇ ਕੋਲ ਜਿੱਦਾਂ ਆਉਂਦੀਆਂ ਇਤਿਹਾਸ ਦੇ ਵਿੱਚ, ਠੀਕ ਹੈ। ਦੇਖੋ ਕਿਉਂਕਿ ਇਨਸਾਨ ਹੈ, ਇਨਸਾਨ ਨੂੰ ਪਿਆਰ ਕਰਦਾ। ਸੋ ਇਸ ਗੱਲ ਨੂੰ ਵੀ ਆਪਾਂ ਨੂੰ ਇਹ ਮੰਨ ਲੈਣਾ ਚਾਹੀਦਾ ਜਾ ਕੇ ਵੀ ਗੁਰੂ ਸਾਹਿਬ ਦੀ ਲੜਾਈ ਕਿਸੇ ਫਿਰਕੇ ਦੇ ਨਾਲ ਨਹੀਂ ਸੀ ਹੈ। ਗੁਰੂ ਸਾਹਿਬ ਦੀ ਲੜਾਈ ਜਿਹੜੀ ਹੈਗੀ ਆ ਔਰ ਜ਼ੁਲਮ ਦੇ ਖਿਲਾਫ ਸੀ, ਔਰ ਜ਼ੁਲਮ ਦੇ ਖਿਲਾਫ ਆਖਰੀ ਦਮ ਤੱਕ ਲੜ ਰਹੇ ਹੈ। ਥਿੰਨ ਸਾਹਿਬ ਦੇਖੋ, ਤੁਸੀਂ ਦੇਖੋ 42 ਸਾਲ ਗੁਰੂ ਸਾਹਿਬ ਦੇ ਸੀ। ਇੰਨਾ ਸਟੋਰਮੀ ਕੈਰੀਅਰ ਸੀਗਾ ਨਾ, ਇੰਨਾ ਸਟੋਰਮੀ ਕੈਰੀਅਰ ਸੀ ਵੀ ਉਹ ਬਹੁਤ ਛੋਟੀ ਉਮਰ ਤੋਂ ਸ਼ੁਰੂ ਹੋ ਗਿਆ ਔਰ ਥਰੂ ਆਊਟ ਚੱਲਦਾ ਗਿਆ 9 ਸਾਲ ਤੋਂ ਲੈ ਕੇ 42 ਔਰ ਐਂਡ ਤੱਕ ਉਹ ਜਿਹੜਾ ਹੈਗਾ ਚੱਲਦਾ ਗਿਆ ਜਾ ਕੇ। ਔਰ ਐਂਡ ਤੱਕ ਵੀ ਪ੍ਰੋਫੈਸਰ ਮੈਂ ਸਮਝਦਾ ਵੀ ਉਹਨਾਂ ਨੇ ਜਿਹੜੀ ਕੁਝ ਕਹੀ ਹੈ, ਕੁਝ ਸੁਣੀ ਹੈ, ਜਿਹੜਾ ਡਾਇਲੋਗ ਆ, ਵਾਰਤਾਲਾਪ ਕਰਕੇ ਬੈਠ ਕੇ ਗੋਸ਼ਟੀ ਕਰਨ ਦੀ, ਉਹਨਾਂ ਨੇ ਉਹ ਅਖੀਰਲੇ ਦਮ ਤੱਕ ਆਸ ਨਹੀਂ ਛੱਡੀ। ਮੁਗਲ ਬਾਦਸ਼ਾਹ ਨਾਲ ਉਹ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਸੀ, ਬਿਲਕੁਲ ਤਿਆਰ ਸੀ। ਔਰ ਬਾਅਦ ਦੇ ਵਿੱਚ ਬਹਾਦਰ ਸ਼ਾਹ ਨਾਲ ਗੱਲ ਉਹਦੀ ਸਟਾਰਟ ਕੀਤੀ ਵੀ ਹੋਈ ਵੀ ਬਾਅਦ ਇਹ ਹੁਣ ਇਸ ਵਿੱਚ ਆਪਾਂ ਉਹਨਾਂ ਦੇ ਜਿਹੜੇ ਈਵੈਂਟਸ ਆ ਉਹ ਨਹੀਂ ਡਿਸਕਸ ਕਰ ਰਹੇ, ਪਰ ਉਹ ਜਿਹੜਾ ਹੈਗਾ ਉਹਨੇ ਉਸ 'ਤੇ ਕੀਤਾ। ਉੱਦਾਂ ਅਗਲਾ ਜਿਹੜਾ ਪੱਖ ਬਹੁਤ ਜ਼ਿਆਦਾ ਹੈਗਾ ਉਹ ਉਹਨਾਂ ਦਾ ਲਿਟਰਰੀ ਪੱਖ ਹੈ। ਥਿੰਨ ਸਾਹਿਬ ਤੁਸੀਂ ਹੈਰਾਨ ਹੋਵੋਗੇ ਇਸ ਗੱਲ ਦੇ ਨਾਲ ਵੀ ਇੱਕ ਆਦਮੀ ਦੇ ਵਿੱਚ, ਇੱਕ ਬੰਦੇ ਦੇ ਵਿੱਚ ਇੰਨੇ ਮਲਟੀ ਫੇਸਡ ਪਰਸਨੈਲਿਟੀ ਆ। ਕਿਤੇ ਵਾਰੀਅਰ ਆ, ਕਿਤੇ ਯੋਧਾ ਆ, ਕਿਤੇ ਲਿਟਰੇਚਰ ਦਾ ਆਦਮੀ ਆ, ਕਿਤੇ ਫਾਰਸੀ ਦਾ ਵਿਦਵਾਨ ਆ, ਕਿਤੇ ਮਤਲਬ ਇੰਨੀਆਂ ਚੀਜ਼ਾਂ ਇੱਕ ਆਦਮੀ ਦੇ ਵਿੱਚ ਔਰ ਇੰਨੀ ਥੋੜ੍ਹੀ ਉਮਰ ਦੇ ਵਿੱਚ ਇਹ ਜਿਹੜੀਆਂ ਕਰਨੀਆਂ, ਇਹ ਇੱਕ ਜਿਹੜਾ ਹੈਗਾ ਆ ਇਹ ਮੈਂ ਸਮਝਦਾ ਵੀ ਇੱਕ ਮੇਰੇ ਵਾਲੀ ਗੱਲ ਹੈ। ਪਰ ਗੁਰੂ ਸਾਹਿਬ ਦੀ ਜਿਹੜੀ ਕਾਮਯਾਬੀ ਆ ਉਹ ਇਸ ਗੱਲ ਦੇ ਉੱਤੇ ਹੈਗੀ ਆ ਵੀ ਉਹਨੇ ਜਿੱਦਾਂ ਪਹਿਲਾਂ ਸ਼ੁਰੂ ਆਪਾਂ ਕੀਤੀ ਸੀ ਵੀ ਉਹਨਾਂ ਦਬੇ ਕਚਲੇ ਲੋਕਾਂ ਨੂੰ ਤਿਆਰ ਕਰਕੇ ਮਾਈਟੀਐਸਟ ਪਾਵਰ ਦੇ ਖਿਲਾਫ ਲੜਾਉਣਾ। 1699 ਦੇ ਵਿੱਚ ਖਾਲਸੇ ਨੂੰ ਕ੍ਰੀਏਟ ਕੀਤਾ ਔਰ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਉੱਤੇ ਆਪਣਾ ਕਬਜ਼ਾ ਕਰਕੇ ਝੰਡਾ ਚਲਾ ਦਿੱਤਾ ਸੀ 100 ਸਾਲ ਦੇ ਵਿੱਚ। ਸੋ ਇਹ ਜਿਹੜੀ ਸੀ ਉਹ ਜਿਹੜਾ ਲਾਹੌਰ ਦੇ ਵਿੱਚ 1799 ਦੇ ਵਿੱਚ ਕਬਜ਼ਾ ਹੋਇਆ, ਉਹਦੀ ਨੀਂਹ 1699 ਦੇ ਵਿੱਚ ਰੱਖੀ ਗਈ ਸੀ ਜਿਸ ਵੇਲੇ ਖਾਲਸੇ ਦੀ ਜਿਹੜਾ ਉਹਨਾਂ ਦਾ ਲਿਟਰਰੀ ਪੱਖ ਹੈ, ਸਾਹਿਤਕ ਉਹਨਾਂ ਨੇ ਬਹੁਤ ਰਚਿਆ ਬੜੀ ਥੋੜੀ ਉਮਰ ਦੇ ਵਿੱਚ, ਨਾਲੇ ਜੰਗਾਂ ਦੇ ਮਾਹੌਲ ਦੇ ਵਿੱਚ ਵੀ ਉਹ ਲਗਾਤਾਰ ਕ੍ਰੀਏਟਿਵ
ਜਿਹੜੀ ਲਿਖਦੇ ਰਹੇ। ਲਿਖਦੇ ਰਹੇ, ਲਿਖਾਉਂਦੇ ਰਹੇ। ਹਾਂ। ਔਰ ਜਿਸ ਵੇਲੇ Dictate ਦਮਦਮਾ ਕਰਦੇ ਸਾਹਿਬ ਦੇ ਵਿੱਚ ਆਏ, ਉੱਥੇ ਸਾਰੇ ਵਿਦਵਾਨਾਂ ਨੂੰ ਇਕੱਠਾ ਕੀਤਾ, ਸੰਸਕ੍ਰਿਤ ਦੇ, ਬ੍ਰਿਜ ਭਾਸ਼ਾ ਦੇ, ਪੰਜਾਬੀ ਦੇ, ਹਿੰਦੀ ਦੇ ਜਾਂ ਪਰਸ਼ੀਅਨ ਦੇ, ਅਰਬੀ ਦੇ, ਸਾਰੇ ਵਿਦਵਾਨਾਂ ਨੂੰ ਇਕੱਠੇ ਕਰਕੇ ਉੱਥੇ ਬੈਠੇ। ਔਰ ਉਹਦਾ ਨਾਂ ਵੀ ਗੁਰੂ ਕਾਸ਼ੀ ਕਹਿਤਾ ਵੀ ਜਿੱਦਾਂ ਬਨਾਰਸ ਦੇ ਵਿੱਚ ਅੱਗੇ ਬੜਾ ਲਿਟਰਰੀ ਕੰਮ ਹੁੰਦਾ ਸੀ ਹਿੰਦੂ ਧਰਮ, ਇਹ ਗੁਰੂ ਕਾਸ਼ੀ ਹੈ, ਇੱਥੇ ਹੋਊਗਾ। ਨਾਲੇ ਉਹਨਾਂ ਦਾ ਸਤਿਕਾਰ ਕੀਤਾ। ਉਹਨਾਂ ਦਾ ਸਤਿਕਾਰ ਕੀਤਾ ਔਰ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਥਾਂ ਦਿੱਤੀ। ਔਰ ਇਸ ਗੱਲ ਕਰਕੇ ਮੈਂ ਕਹਿੰਦਾ ਵੀ ਇੰਨੇ ਪਰਸਨੈਲਿਟੀ ਵਿੱਚ, ਇਹ ਪੋਲੀਟੀਕਲ ਵਿੱਚ, ਇਹ ਰਿਲੀਜੀਅਸ ਵਿੱਚ, ਇਹ ਲਿਟਰੇਚਰ ਦਾ ਪੱਖ ਵਿੱਚ, ਇਹ ਪੋਇਮ ਵਿੱਚ, ਇਹ ਕਵਿਤਾ, ਉਹਨਾਂ ਦਾ ਆਪਣਾ ਜਿਹੜਾ ਹੈਗਾ ਇਸ ਪਾਸੇ ਬਹੁਤ ਕੰਮ ਕੀਤਾ। ਫਿਰ ਸਭ ਅਖੀਰ 'ਚ ਕੀ ਕਹਿਣਾ ਚਾਹੋਗੇ? ਜਿਸ ਵੇਲੇ ਥਿੰਦ ਸਾਹਿਬ ਮੇਰੇ ਸਾਹਮਣੇ ਗੁਰੂ ਸਾਹਿਬ ਦਾ ਆਹ ਬਚਨ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ ਆਉਂਦਾ ਨਾ, ਤਾਂ ਉਸ ਵੇਲੇ ਮੈਨੂੰ ਲੱਗਦਾ ਕਦੇ ਮੈਂ ਫਿਰ ਜੁੜ ਰਿਹਾ ਧਰਮ ਦੇ ਨਾਲ, ਫਿਰ ਜਦ ਔਰ ਮੇਰਾ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ, ਜੇ ਇਹੀ ਧਰਮ ਆ ਤਾਂ ਫਿਰ ਤਾਂ ਧਰਮ ਹੀ ਹੈਗੇ ਅਸੀਂ। ਜੇ ਇਹੀ ਆਧਾਰ ਆ ਸਭ ਦਾ, ਫਿਰ ਤਾਂ ਦੁਨੀਆ ਦੇ ਵਿੱਚ ਜਾ ਕੇ ਕੋਈ ਝਗੜਾ ਹੀ ਨਹੀਂ ਰਹਿ ਜਾਂਦਾ। ਝਗੜੇ ਦੁਨੀਆ 'ਚ ਸ਼ੁਰੂ ਕਦੋਂ ਹੁੰਦੇ ਆ? ਜਿਸ ਵੇਲੇ ਅਸੀਂ ਮਾਨਸ ਕੀ ਜਾਤ ਸਭੇ ਏਕੇ 95 ਨਾਲੋਂ ਟੁੱਟਦੇ ਹਾਂ, ਫਿਰ ਅਸੀਂ ਬਣ ਜਾਂਦੇ ਹਾਂ ਹਿੰਦੁਸਤਾਨੀ, ਪਾਕਿਸਤਾਨੀ, ਦੁਆਬੀਏ, ਮਾਝੇ ਦੇ, ਫਲਾਨੇ ਦੇ, ਫਲਾਨੇ। ਜੇ ਸਾਰੀ ਮਨੁੱਖਤਾ ਹੀ ਇੱਕ ਆ, ਦੈਟਸ ਆਲ। ਸੋ ਜੇ ਸਾਰੀ ਮਾਨਸ ਕੀ ਜਾਤ ਨੂੰ ਅਸੀਂ ਇੱਕ ਮੰਨ ਲੈਂਦੇ ਹਾਂ, ਮੇਰਾ ਖਿਆਲ ਫਿਰ ਕੋਈ ਨਾ ਹੀ ਧਰਮ ਦਾ ਰੌਲਾ ਰਹਿ ਜਾਂਦਾ, ਨਾ ਕੋਈ ਹੋਰ ਰੌਲਾ ਰਹਿ ਜਾਂਦਾ। ਸੋ ਜਾਂ ਇਹ ਗੱਲ ਮੇਰੇ ਸਾਹਮਣੇ ਆ ਜਾਂਦੀ ਹੈ, ਮੇਰਾ ਫਿਰ ਜਿਹੜਾ ਅਧਾਰਮਿਕਤਾ ਦਾ ਬੇਸ ਹੈ ਉਹ ਲੜਖੜਾਉਣ ਲੱਗ ਪੈਂਦਾ ਜੀ। ਔਰ ਗੁਰੂ ਸਾਹਿਬ ਨੇ ਕਿਹਾ ਕਿ ਹੀਲੇ ਜਦ ਇਨਸਾਫ ਲਈ ਸਭੇ ਹੀ ਮੁੱਕ ਜਾਣ, ਫੇਰ ਜਾਇਜ਼ ਹੈ ਤੇਗਾਂ ਦਾ ਦੇਣਾ ਤੋੜ ਮਿਆਨ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਤੁਸੀਂ ਵੇਖ ਰਹੇ ਹੋ ਆਪਣਾ ਮਨਪਸੰਦ ਹਫ਼ਤਾਵਾਰੀ ਪ੍ਰੋਗਰਾਮ ਦੇਸ਼ ਪ੍ਰਦੇਸ਼। ਪੰਜਾਬ ਦੇ ਵਿੱਚ ਖੇਤੀਬਾੜੀ ਦੇ ਵਿੱਚ ਬਦਲਾਅ ਲਿਆਉਣ ਨੂੰ ਉਤਸ਼ਾਹਿਤ ਕਰਨ ਵਾਲੇ ਜਿਹੜੇ ਸੈਗਮੈਂਟਸ ਅਸੀਂ ਪੇਸ਼ ਕਰਦੇ ਹਾਂ, ਉਹਨਾਂ ਨੂੰ ਤੁਸੀਂ ਬਹੁਤ ਹੀ ਪਸੰਦ ਕਰ ਰਹੇ ਹੋ। ਅਮਰੀਕ ਸਿੰਘ ਟੁਰਨਾ ਨੇ ਇਸ ਹਫ਼ਤੇ ਹੁਸ਼ਿਆਰਪੁਰ ਇਲਾਕੇ ਦੇ ਇੱਕ ਐਸੇ ਫਾਰਮ ਦੀ ਸੈਰ ਕੀਤੀ ਹੈ ਜਿੱਥੇ ਇੱਕ ਫਾਰਮਰ ਨੇ ਜੰਗਲ ਦੇ ਵਿੱਚ ਮੰਗਲ ਲਾਇਆ ਹੋਇਆ ਹੈ, ਜਿੱਥੇ ਘੁੰਮਣ ਫਿਰਨ ਦੇ ਵਾਸਤੇ ਅਤੇ ਠਹਿਰਨ ਦੇ ਵਾਸਤੇ ਵੀ ਲੋਕ ਆਉਂਦੇ ਹਨ। ਆਓ ਇਸ ਸੈਗਮੈਂਟ ਦਾ ਵੀ ਟ੍ਰੇਲਰ ਪੇਸ਼ ਕਰਦੇ ਹਾਂ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਹੋ, ਮੈਂ ਹਾਂ ਅਮਰੀਕ ਟੁਰਨਾ। ਅੱਜ ਅਸੀਂ ਫਿਰਦੌਸ ਪਹੁੰਚੇ ਹਾਂ। ਫਿਰਦੌਸ ਮਤਲਬ ਜੰਨਤ। ਹੁਸ਼ਿਆਰਪੁਰ ਇਲਾਕੇ ਦੇ ਵਿੱਚ ਇਹ ਜਗ੍ਹਾ ਹੈ। ਹਰਕੀਰਤ ਸਿੰਘ ਆਹਲੂਵਾਲੀਆ ਹੋਣਾ ਦਾ ਫਾਰਮ ਹਾਊਸ ਹੈ। ਹੁਸ਼ਿਆਰਪੁਰ 'ਚ ਬਹੁਤ ਸਾਰੇ ਫਾਰਮ ਹਾਊਸ ਬਣੇ ਨੇ। ਖੇਤੀ ਤੋਂ ਇਲਾਵਾ ਕਿਸਾਨ ਹੋਰ ਕਿਸ ਢੰਗ ਨਾਲ ਆਪਣੀ ਇਨਕਮ ਵਧਾ ਸਕਦੇ ਨੇ, ਸਾਡਾ ਜ਼ਿਆਦਾ ਜ਼ੋਰ ਇਹ 'ਤੇ ਹੁੰਦਾ ਹੈ। ਤਾਂ ਇਸੇ ਤਹਿਤ ਹੀ ਅੱਜ ਦੀ ਜਿਹੜੀ ਕਹਾਣੀ ਆ, ਅੱਜ ਦਾ ਜਿਹੜਾ ਸਾਰਾ ਤਾਮਝਾਮ ਤੁਹਾਨੂੰ ਵਿਖਾਉਣਾ ਕਿ ਇਹ ਕਿਸਾਨ ਖੇਤੀ ਦੇ ਨਾਲ ਫਾਰਮ ਸਟੇ ਬਣਾ ਕੇ ਉਤੋਂ ਕਿਵੇਂ ਕਮਾਈ ਕਰ ਰਹੇ ਨੇ। ਕਿਉਂਕਿ ਖੇਤਾਂ ਦੇ ਵਿੱਚ ਆਪਾਂ ਫਸਲਾਂ ਤਾਂ ਲੈਂਦੇ ਹਾਂ, ਪਰ ਉਹ ਫਸਲਾਂ ਜੇਕਰ ਲੋਕ ਆ ਕੇ ਵੇਖਣ ਕਿ ਫਸਲਾਂ ਉੱਗਦੀਆਂ ਕਿਵੇਂ ਆ, ਸਾਰਾ ਕੁਝ ਹੁੰਦਾ ਕਿਵੇਂ ਆ, ਤਾਂ ਇਸੇ ਕਨਸੈਪਟ 'ਤੇ ਇਹ ਫਿਰਦੌਸ ਦਾ ਕਨਸੈਪਟ ਹੀ ਇਹ ਆ। ਤੇ ਆਹਲੂਵਾਲੀਆ ਸਾਹਿਬ ਹੁਣੀ ਅੱਜ ਇੱਧਰ ਤੋਰੀਏ 'ਚ ਤੁਰੇ ਫਿਰਦੇ ਨੇ, ਬੜੇ ਫੁੱਲ ਖੜਾਏ। ਆਹਲੂਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਮਰੀਕ, ਕੀ ਹਾਲ ਹੋ? ਚੜ੍ਹਦੀ ਕਲਾ 'ਚ ਹੋ? ਬਿਲਕੁਲ ਬਿਲਕੁਲ ਜੀ। ਤੁਹਾਨੂੰ ਵੈਸੇ ਇਹ ਚਣਕ ਕਿੱਥੋਂ ਲੱਗੀ ਸੀ, ਆਈਡੀਆ ਕਿਵੇਂ ਆਇਆ ਸੀ, ਤਾਂ ਤੁਸੀਂ ਕਿੱਥੋਂ ਇਨਸਪਾਇਰਡ ਹੋਏ ਸੀਗੇ ਵੀ ਐਵੇਂ ਦਾ ਕੀਤਾ ਜਾ ਸਕਦਾ? ਇਹ ਆਸਟ੍ਰੇਲੀਆ 'ਚ ਮੈਂ ਸੀਗਾ, ਗਿਆ ਹੋਇਆ ਕਿਸੇ ਫਰੈਂਡਸ ਕੋਲ। ਅੱਛਾ। ਤੇ ਅਸੀਂ ਵਾਈਨਰੀ ਵਿਜ਼ਿਟ ਕਰ ਰਹੇ ਸੀਗੇ ਉੱਥੇ ਯਾਰਾ ਵੈਲੀ 'ਚ। ਉਹਨਾਂ ਨੇ ਕਿਹਾ ਕਿ ਤੁਸੀਂ ਵਾਈ ਡੋਂਟ ਯੂ ਆਲਸੋ ਸਟਾਰਟ ਅ ਕਨਸੈਪਟ। ਮੇਰੇ ਮਨ 'ਚ ਤਾਂ ਸੀਗਾ, ਮਗਰ ਮੈਂ ਸ਼ੋਰ ਨਹੀਂ ਸੀ। ਪੰਜਾਬ ਬੜਾ ਖੂਬਸੂਰਤ ਹੈ, ਬੜਾ ਸੋਹਣਾ ਇੱਥੇ ਸਪੌਟਸ ਨੇ। ਉਹ ਵੈਸੇ ਵਧੀਆ ਛੰਨ ਬਣਾਈ ਹੈ ਤੁਸੀਂ। ਉਹ ਬੈਠਣ ਲਈ ਬਣਾਈ ਹੈ, ਗਰਮੀਆਂ 'ਚ ਬੜੀ ਵਧੀਆ ਹੈ, ਨਾਲੇ ਸਰਦੀਆਂ 'ਚ ਵੀ ਬੜੀ ਅੱਛੀ। ਮੀਂਹ ਮੂੰਹ ਪੈਂਦਾ ਹੋਵੇ ਤੇ ਬੈਠਣ ਲਈ, ਰੋਟੀ ਰਾਟੀ ਇੱਥੇ ਖਾਣੇ ਦੁਪਹਿਰ ਬੰਦਾ ਬਹਿ ਧੁੱਪ ਜਾਂਦਾ। ਬੜੀ ਸੋਹਣੀ ਆਉਂਦੀ ਹੈ। ਵੈਸੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਹਾਡਾ ਕੈਪਟਨ ਸਾਹਿਬ ਨਾਲ ਚੰਗਾ ਰਿਸ਼ਤਾ ਹੈ। ਕੈਪਟਨ ਸਾਹਿਬ ਨਾਲ ਪਰਿਵਾਰਿਕ ਹੈਗਾ, ਉਹਦਾ ਪੋਲਿਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ। ਤੇ ਇਹਦੇ ਨਾਲੋਂ ਇੱਧਰਲਾ ਖੇਤ ਵਾਲਾ ਹਿੱਸਾ ਕਾਫੀ ਨੀਵਾਂ ਹੈ। ਹਾਂਜੀ, ਇਹ ਨੈਚੁਰਲੀ ਇਦਾਂ ਸੀਗਾ। ਹਰ ਵਿਲੇ ਦੇ ਨਾਲ ਆਪਣਾ ਲੌਨ ਹੈਗਾ। ਤੇ ਆਹ ਦੇਖ ਸਕਦੇ ਹੋ ਤੁਸੀਂ, ਤੁਹਾਡੇ ਕੋਲ ਕਿੰਨੇ ਨੇ? ਮੇਰੇ ਕੋਲ 6 ਕਮਰੇ ਨੇ। 6 ਕਮਰੇ ਹੈਗੇ ਨੇ। ਅੱਛਾ, ਮੇਨ ਗੱਲ ਇਹ ਆ ਆਹਲੂਵਾਲੀਆ ਸਾਹਿਬ ਵੀ ਆਪਣੇ ਕਿਸਾਨ ਨਾ ਉਹੀ ਕਣਕ ਝੋਨਾ ਉਹਦੇ 'ਚ ਫਸੇ ਪਏ ਆ, ਇਨਕਮ ਵੀ ਇੱਕ ਫਿਕਸਡ ਜੀ ਆ। ਤਾਂ ਇਸ ਪਾਸੇ ਬੰਦਿਆਂ ਨੂੰ ਕਿਵੇਂ ਲਿਆਂਦਾ ਜਾ ਸਕੇ? ਦੇਖੋ, ਸਾਨੂੰ ਕੋਈ ਨਾ ਕੋਈ ਤਰੀਕਾ ਤਾਂ ਢੂੰਡਣਾ ਹੀ ਪੈਣਾ ਕਿ ਆ ਜਿਹੜਾ ਸਾਈਕਲ ਹੈ ਕਣਕ ਔਰ ਝੋਨੇ ਦਾ, ਇਹਦੇ ਚੋਂ ਨਿਕਲਣਾ। ਨਹੀਂ, ਅਸੀਂ ਮਾੜਾ ਨਹੀਂ ਕਹਿੰਦੇ ਇਹਨੂੰ, ਪਰ ਹਾਂ, ਪਰ ਬਟ ਇਹਦੇ ਨਾਲ ਪਲੱਸ ਹੋਰ ਕਰ ਲਈਏ ਚੀਜ਼ਾਂ। ਪਲੱਸ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ 2 ਰੀਜ਼ਨ ਹੈ। ਇੱਕ ਤਾਂ ਜਿਹੜਾ ਝੋਨਾ ਹੈ ਉਹਦੇ ਨਾਲ ਪਾਣੀ ਸਾਡਾ ਬਹੁਤ ਜਲਦੀ ਥੱਲੇ ਜਾ ਰਿਹਾ ਜੀ, ਬਹੁਤ ਜ਼ਿਆਦਾ ਡਰਾਸਟਿਕਲੀ ਥੱਲੇ ਜਾ ਰਿਹਾ। ਔਰ ਮੇਰੇ ਹਿਸਾਬ ਨਾਲ 20-25 ਸਾਲਾਂ ਦੇ ਵਿੱਚ ਬਿਲਕੁਲ ਡੈਜ਼ਰਟ ਬਣ ਜਾਣਾ ਪੰਜਾਬ।
ਅਗਰ ਅਸੀਂ ਕੁਝ ਨਾ ਕੀਤਾ ਜੀ ਦੂਜੀ ਗੱਲ ਹੋਰ ਹੈ ਕਿ ਹੋਰ ਇੰਨੀਆਂ ਕ੍ਰੌਪਸ ਨੇ ਜਿਹੜੀਆਂ ਅਸੀਂ ਕਰ ਸਕਦੇ ਹਾਂ ਜੀ ਪਲੱਸ ਜਿੱਦਾਂ ਹੁਣ ਮੈਂ ਕੀਤਾ ਡਾਈਵਰਸਿਫਿਕੇਸ਼ਨ ਉੱਥੇ ਰਹਿ ਕੇ ਉਸੇ ਫਾਰਮ ਦੇ ਵਿੱਚੋਂ ਬਿਲਕੁਲ ਮੈਂ ਆਪਣਾ ਰੂਰਲ ਟੂਰਿਜ਼ਮ ਕਰਦਾ ਸੋ ਇਹਦਾ ਆਈਡੀਆ ਇਹੀ ਹੈ ਕਿ ਤੁਹਾਡੀ ਫਾਰਮਿੰਗ ਵੀ ਹੁੰਦੀ ਰਹੇ ਪਲੱਸ ਤੁਸੀਂ ਉਸੇ ਫਾਰਮ ਚੋਂ ਇੱਕ ਐਡੀਸ਼ਨਲ ਇਨਕਮ ਕੱਢੋ ਜੀ ਜਿਹਦੇ ਨਾਲ ਤੁਹਾਡੇ ਖਰਚੇ ਨਿਕਲ ਜਾਣ ਐਂਡ ਇਹ ਬੜੀ ਇੰਟਰਸਟਿੰਗ ਚੀਜ਼ ਹੈ ਕਿ ਟੂਰਿਜ਼ਮ ਔਰ ਖੇਤੀ ਬੜਾ ਅੱਛਾ ਕੰਬੀਨੇਸ਼ਨ ਹੈ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹੁਣ ਜਿੱਦਾਂ ਕੋਵਿਡ ਆਇਆ ਸੀਗਾ ਕੋਵਿਡ ਦੇ ਵਿੱਚ ਸਾਡੇ ਫਾਰਮ ਸਟੇ ਸਾਰੇ ਬੰਦ ਸੀਗੇ ਜੀ ਤੇ ਜਿਹੜੀ ਫਾਰਮ ਚੋਂ ਇਨਕਮ ਆਉਂਦੀ ਸੀ ਉਹਦੇ ਨਾਲ ਹੀ ਤਨਖਾਹਾਂ ਦਿੱਤੀਆਂ ਸੀ ਉਦਾਂ ਹੀ ਜਦੋਂ ਤੁਹਾਡੀ ਕੋਈ ਫਸਲ ਚੰਗੀ ਨਹੀਂ ਹੁੰਦੀ ਜੀ ਤੇ ਇਹ ਚੋਂ ਜਿਹੜੀ ਇਨਕਮ ਆਉਂਦੀ ਹੈ ਉਹ ਸਪੋਰਟ ਇਧਰੋਂ ਕਵਰ ਕਰ ਜਾਂਦੀ ਹੈ ਸੋ ਇਹ ਬੜਾ ਅੱਛਾ ਕੰਬੀਨੇਸ਼ਨ ਹੈ ਜੀ ਇਟਸ ਵੈਰੀ ਗੁੱਡ ਕੰਬੀਨੇਸ਼ਨ ਇਹ ਬਾਕੀ ਫਾਰਮਰਸ ਨੂੰ ਵੀ ਕਰਨਾ ਚਾਹੀਦਾ ਮੈਂ ਤਾਂ ਹਮੇਸ਼ਾ ਕਹਿਣਾ ਕਿ ਫਾਰਮਰਸ ਨੂੰ ਹੁਣ ਇੱਕ ਡਾਈਵਰਸਿਫਿਕੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਬਹੁਤ ਹੋ ਗਈ ਗੱਲਾਂ ਕਿ ਇਦਾਂ ਕਰਨੀ ਉਦਾਂ ਕਰਨੀ ਹੁਣ ਟਾਈਮ ਹੈ ਕਰਨ ਦਾ ਵੀ ਸ਼ੁਡ ਡੂ ਇਟ ਬਿਲਕੁਲ ਇਹਦਾ ਕੋਈ ਮੰਤਰ ਹੈ ਵੀ ਘੱਟ ਇਨਵੈਸਟਮੈਂਟ ਦੇ ਵਿੱਚ ਆਪਾਂ ਐਵੇਂ ਦਾ ਪਲਾਨ ਖੜਾ ਕਰ ਸਕਦੇ ਹਾਂ ਕੁਝ ਬਿਲਕੁਲ ਕਰ ਸਕਦੇ ਹੋ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਪੈਸੇ ਬਹੁਤ ਜ਼ਿਆਦਾ ਲਾਣੇ ਆ ਸੇਮ ਚੀਜ਼ ਹੈ ਅਗਰ ਤੁਸੀਂ ਕੋਈ ਬਜਟਡ ਵੀ ਬਣਾ ਲਓ ਤੁਹਾਡਾ ਜਿਗਰਾ ਅੱਛਾ ਹੈ ਖੁੱਲਾ ਦਿਲ ਹੈ ਪੰਜਾਬੀਆਂ ਦੇ ਹੁੰਦੇ ਹੀ ਖੁੱਲੇ ਦਿਲ ਹੈ ਤੇ ਤੁਹਾਡੀ ਹਸਪਿਟੈਲਿਟੀ ਮੈਟਰ ਕਰਦੀ ਹੈ ਜ਼ਿਆਦਾ ਬਿਲਡਿੰਗ ਅੱਛਾ ਇੱਥੇ ਜਿਹੜਾ ਜਿਸ ਫਾਰਮ 'ਚ ਆਪਾਂ ਕਿੰਨੀ ਜ਼ਮੀਨ ਤੁਸੀਂ ਇੱਥੇ ਰੱਖੀ ਹੈ ਮੇਰੇ ਕੋਲ 15 ਏਕੜ ਹੈਗੀ ਇੱਥੇ ਪੰਜਾਬ ਦੇ ਲੋਕ ਇਸ ਪਾਸੇ ਆਉਣ ਪੰਜਾਬੀ ਦੇਖੋ ਪੰਜਾਬੀ ਕਮਿਊਨਿਟੀ ਹੈ ਜਿਹੜੀ ਸਭ ਨਾਲੋਂ ਐਸਪਾਇਰਿੰਗ ਕਮਿਊਨਿਟੀ ਹੈ ਇਹ ਜਿਸ ਚੀਜ਼ ਦੇ ਪਿੱਛੇ ਲੱਗਦੇ ਆ ਫਟ ਜਾ ਦਿੰਦੇ ਆਪਾਂ ਸਾਰੀ ਦੁਨੀਆ ਜਾ ਕੇ ਸਕਸੈਸਫੁਲ ਹੋਏ ਆ ਤੇ ਆਪਣੇ ਪੰਜਾਬ 'ਚ ਕਿਉਂ ਨਹੀਂ ਹੋ ਸਕਦੇ ਤਾਂ ਜਦੋਂ ਮੈਂ ਆਪਣਾ ਆਹ ਸ਼ੁਰੂ ਕੀਤਾ ਮੈਂ ਆਪਣੇ ਸਟਾਫ ਦੇ ਨਾਲ ਬਾਥਰੂਮ ਵੀ ਸਾਫ਼ ਕੀਤੇ ਆਪਣੇ ਸਟਾਫ ਦੇ ਨਾਲ ਬਰਤਨ ਵੀ ਮਾਂਜੇ ਅੱਛਾ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਆ ਸਰਦਾਰ ਕੁਝ ਨਹੀਂ ਕਰਦਾ ਸਭ ਕੁਝ ਸਾਨੂੰ ਕਰਾਈ ਜਾਂਦਾ 10 ਸਾਲ ਹੋ ਗਏ 11 ਸਾਲ ਮੈਨੂੰ ਆਪਣਾ ਸਟਾਰਟ ਕੀਤੇ ਟੂਰਿਜ਼ਮ ਦਾ ਸਾਰਾ ਸਟਾਫ ਸੇਮ ਹੈ ਮੇਰਾ ਇਹ ਜਿੱਦਾਂ ਜ਼ਿਮੀਂਦਾਰਾਂ ਦੇ ਗੱਡੇ ਹੁੰਦੇ ਸੀ ਨਾ ਪਹਿਲੇ ਇਹ ਹੁਣ ਪ੍ਰੋਗਰੈਸਿਵ ਫਾਰਮਰਸ ਦੇ ਗੱਡੇ ਨੇ ਅੱਛਾ ਜਿਵੇਂ ਤੁਸੀਂ ਡ੍ਰਿਪ ਸਿਸਟਮ ਦੇ ਨਾਲ ਫਿਰ ਕਰਦੇ ਹੋ ਪਾਣੀ ਦੀ ਬਚਤ ਕਿੰਨੀ ਕੁ ਹੋ ਰਹੀ ਹੈ ਕਿੰਨਾ ਕੁ ਦੇਖ ਰਹੇ ਹੋ ਰਿਜ਼ਲਟ ਇਹਦਾ ਨਾ ਨੱਕੇ ਮੋੜਨ ਦੀ ਲੋੜ ਹੈ ਨਾ ਕੁਝ ਇਹ ਅਸੀਂ 7 ਏਕੜ ਨੂੰ ਚਲਾ ਦਿੰਨੇ ਆ ਪਾਣੀ ਅੱਛਾ 1.5 ਦਿਨ ਲੱਗਦਾ ਹੈ ਫਿਰ 15 ਦਿਨ ਲੋੜ ਨਹੀਂ ਪਾਣੀ ਦੀ ਅੱਛਾ ਇਹ ਜਾਨਵਰ ਵੀ ਕਾਫੀ ਰੱਖੇ ਹੋਏ ਆ ਥੋੜੇ ਜਿਹੇ ਘੁੰਮਣ ਦੇ ਚੰਗੇ ਲੱਗਦੇ ਇੱਥੇ ਬੰਦਾ ਜਿੰਨਾ ਕੁ ਇਨਵੈਸਟ ਕਰਦਾ ਹੈ ਉਹਦੀ ਆਊਟ ਇਨਕਮ ਕਿੰਨੇ ਕੁ ਚਿਰ 'ਚ ਆਉਣ ਲੱਗ ਪੈਂਦੀ ਹੈ ਤੇ ਇਨਕਮ ਆਉਂਦੀ ਹੈ ਉਹ ਠੀਕ ਰਹਿੰਦੀ ਹੈ ਚੱਲਦਾ ਰਹਿੰਦਾ ਸਾਰਾ ਕੁਝ ਜ਼ਿਆਦਾ ਇਨਵੈਸਟ ਕਰਨ ਦੀ ਲੋੜ ਨਹੀਂ ਹੈ ਮੈਂ ਤਾਂ ਜ਼ਿਆਦਾ ਨਹੀਂ ਕਰਦਾ ਜੋ ਤੁਹਾਨੂੰ ਫਾਰਮਿੰਗ 'ਚੋਂ ਇਨਕਮ ਆਉਂਦੀ ਹੈ ਨਾ ਉਹ ਤੋਂ ਤੁਸੀਂ ਆਪਣੀ ਇਨਕਮ ਤਕਰੀਬਨ 40% ਜਾਂ 50% ਇਨਕਰੀਜ਼ ਕਰ ਸਕਦੇ ਹੋ ਹੁਣ ਇਹ ਨਹੀਂ ਹੋ ਸਕਦਾ ਕਿ ਤੁਸੀਂ ਅੱਜ ਆਪਣਾ ਫਾਰਮ ਸਟੇ ਬਣਾ ਲਿਆ ਕੱਲ ਇੱਥੇ ਵਾਵਾ ਰਸ਼ ਹੋ ਜਾਣਾ ਇਦਾਂ ਨਹੀਂ ਹੋਣਾ 2-3 ਸਾਲ ਲੱਗਦੇ ਆ ਪੰਜਾਬ ਦੇ ਕਿਸਾਨਾਂ ਨੂੰ ਅੱਜ ਸੋਚਣ ਦੀ ਤੇ ਕ੍ਰੀਏਟਿਵ ਹੋਣ ਦੀ ਲੋੜ ਹੈ। ਪੰਜਾਬ 'ਚ ਬਹਾਰਾਂ ਪਰਤ ਸਕਦੀਆਂ ਹਨ। ਬਰਬਾਦੀ ਬਹੁਤ ਹੋਈ ਹੈ। ਕੁਦਰਤ ਦੇ ਨਾਲ ਖਿਲਵਾੜ ਹੋਇਆ ਹੈ। ਮਿੱਟੀ, ਹਵਾ, ਪਾਣੀ ਸਭ ਪ੍ਰਦੂਸ਼ਿਤ ਹੋ ਚੁੱਕੇ ਹਨ। ਸਾਡੇ ਗੁਰੂਆਂ ਨੇ ਸੈਂਕੜੇ ਸਾਲ ਪਹਿਲਾਂ ਸਾਨੂੰ ਇਹਨਾਂ ਦੀ ਕਦਰ ਅਤੇ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ, ਪਰ ਅਸੀਂ ਮਿੱਟੀ ਅਤੇ ਪਾਣੀ ਦੇ ਵਿੱਚ ਵੀ ਜ਼ਹਿਰਾਂ ਮਿਲਾ ਦਿੱਤੀਆਂ। ਕੁਦਰਤੀ ਖੇਤੀ ਛੱਡ ਦਿੱਤੀ। ਹਵਾ ਦੇ ਵਿੱਚ ਧੂੰਆਂ ਹੀ ਧੂੰਆਂ ਕਰ ਦਿੱਤਾ। ਇਸ ਨੂੰ ਸਾਫ਼ ਕਰਕੇ ਆਕਸੀਜਨ ਦੇਣ ਵਾਲੇ ਦਰਖਤ ਸਨ ਵੱਢ ਦਿੱਤੇ। ਜੀਵ ਜੰਤੂ ਜੋ ਕੁਦਰਤੀ ਨਿਯਮਾਂ ਦਾ ਸੰਤੁਲਨ ਰੱਖਣ ਦੇ ਵਿੱਚ ਮਦਦ ਕਰਦੇ ਹਨ, ਉਹਨਾਂ ਨੂੰ ਵੀ ਮਾਰਿਆ ਵੀ ਅਤੇ ਉਹਨਾਂ ਤੇ ਅਤਿਆਚਾਰ ਵੀ ਕੀਤੇ। ਅੱਜ ਦੁਨੀਆ ਭਰ ਦੇ ਵਿੱਚ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਜਾਨਵਰਾਂ ਦੇ ਹੱਕਾਂ ਦੇ ਵਾਸਤੇ ਵੀ ਆਵਾਜ਼ ਬੁਲੰਦ ਕਰਦੇ ਹਨ। ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਦਰਖਤਾਂ ਨੂੰ ਵੀ ਪਿਆਰ ਕਰਦੇ ਹਨ ਤੇ ਜਾਨਵਰਾਂ ਨੂੰ ਵੀ। ਕੁਦਰਤ ਦਾ ਸਤਿਕਾਰ ਕਰਦੇ ਹੋਏ ਹਰ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਖੁਸ਼ ਰਹਿੰਦੇ ਹਨ, ਸੁੱਖ ਸ਼ਾਂਤੀ ਮਹਿਸੂਸ ਕਰਦੇ ਹਨ। ਅਨੁਜਾ ਸ਼ਰਮਾ ਦੇ ਇੱਕ ਸੈਗਮੈਂਟ ਦੀ ਝਲਕ। ਕਹਿੰਦੇ ਆ ਜੇਕਰ ਕਿਸੇ ਲਈ ਕੁਝ ਕਰਨਾ ਹੋਵੇ ਤੇ ਹੈਸੀਅਤ ਦੀ ਜਾਂ ਪੈਸੇ ਦੀ ਲੋੜ ਨਹੀਂ ਹੁੰਦੀ, ਨੀਅਤ ਹੋਣੀ ਚਾਹੀਦੀ ਹੈ। ਜੇਕਰ ਤੁਹਾਡੀ ਕੁਝ ਕਰਨ ਦੀ ਨੀਅਤ ਹੈਗੀ ਹੈ ਤੇ ਤੁਸੀਂ ਆਪਣਾ ਰਾਹ ਖੁਦ ਲੱਭ ਲੈਂਦੇ ਹੋ। ਅੱਜ ਅਸੀਂ ਇੱਕ ਅਜਿਹੇ ਰਾਹ ਦੇ ਬਾਰੇ ਤੁਹਾਨੂੰ ਦੱਸਾਂਗੇ ਜਿਹੜਾ ਇੱਕ ਕੁੜੀ ਨੇ ਆਪਣੇ ਲਈ ਬਣਾਇਆ ਕਿ ਜਿੰਨੇ ਵੀ ਸਟਰੀਟ ਡੌਗਸ ਨੇ ਜਾਂ ਜਿਹੜੇ ਬੱਚੇ ਨੇ ਸੜਕਾਂ ਦੇ ਵਿੱਚ ਘੁੰਮ ਕੇ
ਕੂੜਾ ਇਕੱਠਾ ਕਰਦੇ ਨੇ ਉਹਨਾਂ ਦੀ ਮਦਦ ਕਿਸ ਤਰੀਕੇ ਨਾਲ ਕੀਤੀ ਜਾਵੇ, ਸਟਰੀਟ ਡੌਗਸ ਨੂੰ ਦਵਾਈਆਂ ਕਿਸ ਤਰੀਕੇ ਨਾਲ ਪਹੁੰਚਾਈਆਂ ਜਾਣ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਖਾਣਾ ਆ ਉਹ ਕਿਸ ਤਰੀਕੇ ਨਾਲ ਕੀਤਾ ਜਾਵੇ। ਸਾਡੇ ਨਾਲ ਮੌਜੂਦ ਨੇ ਰਾਜੂ ਜੀ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਸਫ਼ਰ ਹੈ ਉਹਦੀ ਸ਼ੁਰੂਆਤ ਹੋਈ। ਮੈਂ ਆਪਣੇ ਘਰ ਤੋਂ ਬਿਲਕੁਲ ਬਾਹਰ ਨਹੀਂ ਜਾਂਦੀ ਸੀ ਕਿ ਮੈਂ ਇਸ ਕਰਕੇ ਨਹੀਂ ਬਾਹਰ ਜਾਂਦੀ ਸੀ ਕਿ ਮੈਂ ਚੱਲ ਨਹੀਂ ਸਕਦੀ ਸੀ। ਇੱਕ ਡੌਗ ਸੀਗਾ ਜਿਹੜਾ ਫਸ ਗਿਆ ਸੀਗਾ, ਜਦੋਂ ਮੈਨੂੰ ਲੱਗਾ ਵੀ ਇਹ ਡੌਗ ਲਈ ਮੈਨੂੰ ਕੁਝ ਕਰਨਾ ਪੈਣਾ ਆ, ਉਸ ਤੋਂ ਬਾਅਦ ਫਿਰ ਜਦੋਂ ਮੈਂ ਡੌਗ ਨੂੰ ਬਚਾਇਆ ਤੇ ਫਿਰ ਆਪਣਾ ਰਾਹ ਜਿਹੜਾ ਇਹਨਾਂ ਵੱਲ ਹੀ ਤੁਰਦਾ ਗਿਆ। ਮੈਂ ਇੱਕ ਪ੍ਰਾਈਵੇਟ ਜੌਬ ਕਰਦੀ ਹਾਂ ਤੇ ਪ੍ਰਾਈਵੇਟ ਜੌਬ 'ਚ ਜਿਹੜਾ ਮੈਨੂੰ ਸੈਲਰੀ ਮਿਲਦੀ ਆ ਉਹ ਸਾਰਾ ਮੈਂ ਇਹਨਾਂ ਐਲੀਮਨ ਸਟੇ ਡੌਗ ਵਾਸਤੇ ਹੀ ਖਰਚ ਕਰਦੀ ਹਾਂ। ਨਹੀਂ ਤਾਂ ਜਦੋਂ ਲੋਕਡਾਊਨ ਵਿੱਚ ਸੀਗਾ ਉਸ ਵੇਲੇ ਮੇਰੀ ਸਰਵਿਸ ਚਲੀ ਗਈ ਸੀਗੀ, ਉਹ 1.5 ਸਾਲ ਤੱਕ ਮੈਨੂੰ ਕੋਈ ਕੰਮ ਨਹੀਂ ਮਿਲਿਆ। ਜਦੋਂ ਬੱਚੇ ਉਹਨਾਂ ਦੀ ਗਲੀਆਂ ਦੇ ਵਿੱਚ ਬੱਚੇ ਦੇ ਦਿੰਦੇ ਡੌਗੀ, ਉਹ ਕੀ ਕਰਦੇ ਆ ਲਿਫਾਫਿਆਂ ਦੇ ਵਿੱਚ ਬੰਨ੍ਹ ਕੇ ਕੋਈ ਨਹਿਰਾਂ ਦੇ ਵਿੱਚ ਸਿੱਟ ਜਾਂਦਾ, ਕੋਈ ਕਿਤੇ ਨਾਲਿਆਂ ਦੇ ਵਿੱਚ ਸਿੱਟ ਦਿੰਦਾ। ਉਹਨਾਂ ਨੂੰ ਇੰਨਾ ਵੀ ਨਹੀਂ ਸੋਚ ਆਉਂਦੀ ਕਿ ਇਹ ਵੀ ਇੱਕ ਜੀਵ ਆ, ਪਰਮਾਤਮਾ ਦਾ ਭੇਜਿਆ ਹੋਇਆ ਆ, ਇਹਨੂੰ ਵੀ ਜੀਣ ਦਾ ਉਨਾ ਹੀ ਹੱਕ ਆ ਜਿੰਨਾ ਇਨਸਾਨ ਨੂੰ ਆ। ਮੇਰੇ ਕੋਲ ਇੱਧਰ ਲੋੜਵੰਦ ਬੱਚੇ ਵੀ ਆਉਂਦੇ ਆ, ਜਿਹੜੇ ਲੋੜਵੰਦ ਇਨਸਾਨ ਵੀ ਆਉਂਦੇ ਆ, ਜਿਨ੍ਹਾਂ ਦੀ ਮਦਦ ਨੂੰ ਮੈਂ ਪਿੱਛੇ ਨਹੀਂ ਹਟਦੀ। ਉਹਨਾਂ ਦੀ ਉਨੀ ਦੇਰ ਤੱਕ ਮੈਂ ਮਦਦ ਕਰਦੀ ਆ ਜਿੰਨੀ ਦੇਰ ਤੱਕ ਮੈਂ ਕਰ ਸਕਦੀ ਆ। ਜਿੱਦਾਂ ਗਊ ਮਾਤਾ ਰੁਲਦੀ ਆ, ਉਹਨਾਂ ਦੀਆਂ ਟ੍ਰੇਨਾਂ ਦੇ ਥੱਲੇ ਆ ਕੇ ਲੱਤਾਂ ਕੱਟੀਆਂ ਜਾਂਦੀਆਂ ਆ, ਸਿਰ ਕੱਟੇ ਜਾਂਦੇ ਆ, ਤੜਫਦੀਆਂ ਰਹਿੰਦੀਆਂ ਕਿੰਨੇ ਕਿੰਨੇ ਦਿਨ। ਮੈਨੂੰ ਪਤਾ ਮੈਂ ਕਿੰਨੇ ਕਿੰਨੇ ਬੰਦਿਆਂ ਨੂੰ ਫੋਨ ਕਰਦੀ ਆ ਵੀ ਇਹਨਾਂ ਦੀ ਹੈਲਪ ਕਰੋ, ਕੋਈ ਅੱਗੇ ਨਹੀਂ ਆਉਂਦਾ। ਜਿੰਨੇ ਵੀ ਮੇਰੇ ਸਾਥੀ ਆ ਜੋ ਮੈਨੂੰ ਜਾਣਦੇ ਆ, ਕਿਸੇ ਕੋਲ 100-200 ਰੁਪਇਆ ਇਕੱਠਾ ਕਰਕੇ ਮੈਂ ਉਹਨਾਂ ਦੀ ਸਹਾਇਤਾ ਕਰਦੀ ਆ। ਵੀ ਤੁਸੀਂ ਸਾਡੇ ਨਾਲ ਰਲ ਕੇ ਕੰਮ ਕਰੋ, ਕਿਉਂਕਿ ਸਰਕਾਰ ਨਾਲੋਂ ਅੱਧਾ ਕੰਮ ਪ੍ਰਾਈਵੇਟ ਲੋਕੀ ਕਰ ਰਹੇ ਆ ਜੀ। ਔਰ ਇਹ ਚੀਜ਼ ਦੇ ਨਾਲ ਤੁਸੀਂ ਮਿਲ ਕੇ ਚੱਲੋਗੇ ਤੇ ਸਟਰੀਟ ਡੌਗ ਆ, ਗਾਈਆਂ ਆ, ਇਹ ਸੇਫ ਹੋ ਜਾਣਗੀਆਂ। ਮਗਰ ਨਹੀਂ, ਗਾਈਆਂ ਦੇਖ ਲਓ, ਲੋਕੀ ਦੁੱਧ ਪੀਂਦੇ ਆ, ਉਹਨਾਂ ਨੂੰ ਇੰਨਾ ਇਸਤੇਮਾਲ ਕਰਦੇ ਆ, ਔਰ ਜਦੋਂ ਵਿਚਾਰੀਆਂ ਬਿਮਾਰ ਹੋ ਜਾਂਦੀਆਂ ਆ ਉਹਨਾਂ ਨੂੰ ਘਰੋਂ ਧੱਕੇ ਮਾਰ ਮਾਰ ਕੇ ਕੱਢ ਦਿੰਦੇ ਆ। 25 ਗਾਵਾਂ ਤਾਂ ਇੰਨੀ ਬੁਰੀ ਤਰੀਕੇ ਨਾਲ ਬਿਮਾਰ ਸੀਗੀਆਂ, ਉਹਨਾਂ ਨੂੰ ਮੈਂ ਡਾਕਟਰ ਆਪ ਬੁਲਾ ਕੇ ਉਹਨਾਂ ਦਾ ਇਲਾਜ ਕਰਾ ਕੇ ਫਰੀਦਕੋਟ ਗਊਸ਼ਾਲਾ ਦੇ ਵਿੱਚ ਭੇਜਿਆ। ਆਪਣੀ ਕਮਾਈ ਦਾ 10ਵਾਂ ਹਿੱਸਾ ਵੀ ਹੈ, 10 ਰੁਪਏ ਵੀ ਹੈ ਨਾ, ਜੇ ਤੁਸੀਂ ਇੱਕ ਇਹਨਾਂ ਐਨੀਮਲ ਨੂੰ ਖਾਣਾ ਦਿੰਦੇ ਆ ਤੇ ਇਹ ਪ੍ਰਮਾਤਮਾ ਤੁਹਾਨੂੰ ਸਭ ਤੋਂ ਵੱਡਾ ਸੁੱਖ ਦਿੰਦਾ। ਇੱਕ ਇਹਨਾਂ ਨੂੰ ਆਸ ਹੁੰਦੀ ਹੈ ਕਿ ਇਹ ਸਾਡਾ ਆਪਣਾ ਆ। ਇਹ ਜਦੋਂ ਆਪਣੇ ਦੇ ਵਿੱਚ ਗੱਲ ਆ ਜਾਂਦੀ ਹੈ, ਉਹ ਫਿਰ ਉਸ ਬੰਦੇ ਤੋਂ ਹੀ ਪਿਆਰ ਮੰਗਦੇ ਆ, ਤੇ ਜਿੰਨਾ ਉਹ ਪਿਆਰ ਸਾਨੂੰ ਦਿੰਦੇ ਆ ਸਾਨੂੰ ਉਹ ਤੋਂ ਜ਼ਿਆਦਾ ਉਹਨਾਂ ਨੂੰ ਦੇਣਾ ਪੈਂਦਾ। ਤੇ ਹੁਣ ਅਮਰੀਕ ਸਿੰਘ ਟੁਰਨਾ ਦੇ ਉਸ ਸੈਗਮੈਂਟ ਦੀ ਝਲਕ ਦੇਖਦੇ ਹਾਂ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਚਰਚਾ ਦੇ ਵਿੱਚ ਹੈ, ਜੋ ਉਹਨੇ ਦੁਆਬੇ ਦੇ ਸਭ ਤੋਂ ਵੱਡੇ ਪਿੰਡ ਬਿਲਗੇ ਤੋਂ ਪੇਸ਼ ਕੀਤਾ। ਸਤਿ ਸ਼੍ਰੀ ਅਕਾਲ, ਦੇਖ ਰਹੇ ਹੋ ਦੇਸ਼ ਪ੍ਰਦੇਸ਼ ਟੀਵੀ। ਮੈਂ ਹਾਂ ਅਮਰੀਕ ਟੁਰਨਾ। ਅੱਜ ਅਸੀਂ ਬਿਲਗੇ ਪਿੰਡ ਪਹੁੰਚੇ ਹਾਂ। ਤਾਰਾ ਸਿੰਘ ਬਿਲਗਾ ਹੋਣਾ ਦਾ ਟਰਾਲੀ ਮੇਕਿੰਗ 'ਚ ਬੜਾ ਵੱਡਾ ਨਾਮ ਹੈ। ਕਦੇ ਸੋਚਿਆ ਵੀ ਨਹੀਂ ਸੀਗਾ ਜੀ ਕਦੀ ਮਤਲਬ ਟਰਾਲੀ ਬਾਹਰ ਜਾਊਗੀ ਸਾਡੀ। ਆ ਵੀ ਲੱਗਦਾ ਕਿ ਕੋਈ ਵਿਦੇਸ਼ੀ ਸ਼ੌਕੀਨ ਦੀ ਟਰਾਲੀ ਹੈ। ਹਾਂਜੀ, ਇਹ ਆਪਣੇ USA ਜਾਣੀ ਹੈ ਜੀ। 14/7 ਇਹਦਾ ਸਾਈਜ਼ ਆ। ਠੀਕ ਹੈ। ਜੈਕ ਵਾਲੀ ਮਤਲਬ ਕੰਮ ਵਾਸਤੇ ਬਣਾਈ ਆ, ਸੀਟਾਂ ਤਾਂ ਉਹਨਾਂ ਨੇ ਵੈਸੇ ਹੀ ਸ਼ੌਂਕ ਨੂੰ ਲਾ ਲਈਆਂ ਇਹਦੇ ਵਿੱਚ। ਇਹ ਮੰਜਾ ਫਿਰ ਪੂਰਾ ਕਾਮਯਾਬ ਆ। ਹਾਂਜੀ ਹਾਂਜੀ, ਇਹ ਮਿੱਲ ਵਾਸਤੇ ਜਦੋਂ ਮਿੱਲ 'ਚ ਜਾਂਦੇ ਨਾ, ਗੰਨੇ ਵਾਲੀ ਮਿੱਲ 'ਚ। ਮੂਸੇ ਵਾਲੇ ਦੀ ਸਾਈ ਕਿਵੇਂ ਆ ਗਈ ਟਰਾਲੀ ਬਣਾਉਣ ਵਾਲੀ? ਉਹ ਕਹਿੰਦੇ ਕਿ ਮਤਲਬ ਮੈਨੂੰ ਤੁਹਾਡੀ ਟਰਾਲੀ ਮੈਂ ਬਹੁਤ ਚਿਰ ਤੋਂ ਤੁਹਾਡੀ ਦੇਖਦਾ ਆ, ਮੈਂ ਵੀ ਬਣਾਉਣੀ ਆ, ਹੁਣ ਮੈਨੂੰ ਦਿਓ ਬਣਾ ਕੇ। ਕਿਹੜਾ ਸਾਈਜ਼ ਬਣਾ ਕੇ ਦਿੱਤਾ ਉਹਨਾਂ ਨੇ 16/7 ਬਣਾਈ ਸੀ। ਵੀ ਇਹਦੇ 'ਚ ਗੱਡੀਆਂ 'ਚ ਵੇਖਿਆ ਸੀ ਆਪਾਂ ਵੀ ਗਲਾਸੀਆਂ ਟਿਕ ਸਕਦੀਆਂ, ਟਰਾਲੀਆਂ ਦੇ ਵਿੱਚ ਵੀ ਗਲਾਸੀਆਂ ਟਿਕਾ ਸਕਦਾ ਬੰਦਾ, ਹਨਾ। ਟਰਾਲੀਆਂ ਲਗਜ਼ਰੀ ਹੋ ਗਈਆਂ ਪੂਰੀਆਂ ਹੁਣ। ਵੈਸੇ ਰਣਜੀਤ ਬਾਵੇ ਦਾ ਗਾਣਾ ਸੀ, ਜੱਟਾਂ ਦੀ ਟਰਾਲੀ ਬਣੇ 3 ਲੱਖ ਦੀ, ਕਿਤੇ ਮਹਿੰਗੀ ਬਿੱਲੋ ਤੇਰੀ ਨੈਨੋ ਕਾਰ ਤੋਂ। ਨਹੀਂ, ਉਦੋਂ ਟਰਾਲੀ ਦਾ ਉਦੋਂ ਵੀ 3 ਲੱਖ ਟੱਪ ਗਈ ਸੀਗੀ, 3 ਲੱਖ ਤੋਂ ਵੱਧ ਹੀ ਬਣਦੀ ਸੀਗੀ ਜਦੋਂ ਗਾਣਾ ਆਇਆ। ਹੁਣ ਰੇਟ ਵੱਧ ਗਏ, ਲੋਹੇ ਦੇ ਵੀ ਰੇਟ ਵੱਧ ਗਏ। ਲੋਹੇ ਦੇ ਵਧਣ ਕਰਕੇ ਰੇਟ ਵੱਧ ਗਿਆ। ਮਤਲਬ ਗੱਲ ਸੱਚੀ ਆ, ਹੁਣ ਬਾਵੇ ਦਾ ਗੀਤ ਅਪਡੇਟ ਹੋਣਾ ਚਾਹੀਦਾ। ਅੱਛਾ, ਲੇਜ਼ਰ ਕਟਿੰਗ ਦੇ ਨਾਲ ਕਿੰਨਾ ਕੁ ਫਰਕ ਪਿਆ ਫਿਰ ਚੀਜ਼ਾਂ ਨੂੰ ਲੈ ਕੇ?
ਜਿਹੜੀ ਇਹਦੇ ਨਾਲ ਕਟਿੰਗ ਹੁੰਦੀ ਆ ਉਹ ਹੱਥ ਨਾਲ ਨਹੀਂ ਹੁੰਦੀ ਹੈ ਕਿ ਬੰਦਾ ਮਤਲਬ ਜਿੰਨਾ ਮਰਜ਼ੀ ਮਤਲਬ ਮਿਹਨਤ ਕਰ ਲਵੇ ਉਹ ਚੀਜ਼ ਬਣ ਨਹੀਂ ਸਕਦੀ। ਇਹ ਗੁਜਰਾਤ ਜਾਣੀ ਹੈ ਜੀ, ਇਹ 14/7 ਸਾਈਜ਼ ਇਹਦਾ। ਗੁਜਰਾਤ ਵਾਲਿਆਂ ਨੂੰ ਫਿਰ ਕਿਵੇਂ ਪਤਾ ਲੱਗਾ ਵੀ ਤਾਰਾ ਸਿੰਘ ਬਿਲਗਾ ਹੋਣਾ ਦੀ ਫਰਮ ਹੈ, ਉੱਥੋਂ ਟਰਾਲੀਆਂ ਬਣਦੀਆਂ ਵਾ? ਤਾਂ ਮੈਂ ਪੇਂਟ ਦੇਖ ਰਿਹਾ ਟਰਾਲੀਆਂ ਦਾ, ਬੜਾ ਸ਼ਾਈਨਿੰਗ ਵਾਲਾ ਹੈ, ਪੂਰਾ ਮੂੰਹ ਦਿਖਦਾ ਵਿੱਚ ਇਹਨਾਂ ਦੇ। ਇਹ ਹੁੱਕਾਂ ਦਾ ਡਿਪਾਰਟਮੈਂਟ ਹੋ ਗਿਆ। ਹਰੇਕ ਬੰਦੇ ਦਾ ਵੱਖਰਾ ਡਿਪਾਰਟਮੈਂਟ ਦਿੱਤਾ ਪਿਆ ਹੋਣਾ, ਜੋਟੇ ਬਣਾ ਕੇ ਤੁਸੀਂ। ਹਾਂਜੀ, ਜੇ ਕੋਈ ਸਾਨੂੰ ਕਹੇ ਨਾ ਕਿ ਮੈਨੂੰ ਹਲਕੀ ਕੁਆਲਿਟੀ ਦਾ ਮਟੀਰੀਅਲ ਲਾ ਦਿਓ ਜਾਂ ਮੇਰੀ ਟਰਾਲੀ ਹਲਕੀ ਬਣਾ ਦਿਓ, ਅਸੀਂ ਬਣਾਉਂਦੇ ਨਹੀਂ। ਅੱਜ ਤੁਹਾਡੀ ਹਜੂਰ ਸਾਹਿਬ ਵਾਲੀ ਟਰਾਲੀ ਬੜੀ ਮਸ਼ਹੂਰ ਰਹੀ ਆ ਪਿਛਲੇ ਦਿਨਾਂ 'ਚ, ਉਹ 50 ਫੁੱਟ ਤੋਂ ਵੱਧ। ਉਹੀ ਆਪਣੀ ਸਭ ਤੋਂ ਵੱਡੀ ਟਰਾਲੀ ਹੈ ਜੀ। ਮਤਲਬ ਇਦਾਂ ਦੇ ਡਿਜ਼ਾਈਨ ਦੀਆਂ ਜਿਹੜੀਆਂ ਟਰਾਲੀਆਂ ਬਣਦੀਆਂ ਨਾ, ਉਹਦੇ ਵਿੱਚ ਮਤਲਬ ਵਰਲਡ ਦੀ ਸਭ ਤੋਂ ਵੱਡੀ ਟਰਾਲੀ ਆ ਉਹ। ਟਾਇਰ ਵੀ ਬਹੁਤ ਕਮਾਲ ਸੀ ਉਹਦੇ, ਵੱਡੇ ਵੱਡੇ। ਹਾਂਜੀ, ਟਾਇਰ ਵੀ ਆਪਣੇ ਜਹਾਜ਼ ਦੇ ਜਿਹੜੇ ਟਾਇਰ ਹੁੰਦੇ ਨਾ, ਉਹ ਟਾਇਰ ਉਹਦੇ ਵਿੱਚ ਲੱਗੇ ਸੀਗੇ। ਤੁਹਾਡੇ ਫੇਸਬੁੱਕ ਪੇਜ ਦੇ ਉੱਤੇ ਵੀ ਇੱਕ ਫੋਟੋ ਲੱਗੀ ਆ, ਉਹ ਟਰਾਲੀ ਵੀ 3 ਧੁਰਿਆਂ ਵਾਲੀ ਆ ਆਈ ਥਿੰਕ। ਉਹ ਮਤਲਬ ਤੁਸੀਂ ਲਾ ਲਓ ਹੁਣ ਤੱਕ ਦਾ ਬੈਸਟ ਡਿਜ਼ਾਈਨ ਆ ਸਾਡਾ। ਜਿਹੜੀ ਉਹ ਟਰਾਲੀ ਆ ਨਾ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਵੀ ਗਈ ਆ ਟਰਾਲੀ, ਨਿਊਜ਼ੀਲੈਂਡ, ਸਾਊਥ ਅਫਰੀਕਾ। ਅੱਛਾ, ਹਾਂ, ਇਟਲੀ ਵੀ ਗਈ ਆ। ਇਟਲੀ ਆਪਣੇ ਜਿੱਦਾਂ ਬਾਹਰ ਚੱਲਦਾ ਨਾ ਡਿਜ਼ਾਈਨ, ਉਹ ਵਾਲੀ ਚੀਜ਼ ਗਈ ਆ ਇਟਲੀ ਦੇ ਵਿੱਚ। ਇਹ ਪੂਰੇ ਸੈਗਮੈਂਟ ਤੁਸੀਂ ਸਾਡੇ YouTube ਚੈਨਲ ਤੇ ਅਤੇ Facebook ਤੇ ਵੇਖ ਸਕਦੇ ਹੋ। ਹੁਣ ਇੱਕ ਗੀਤ ਹੋ ਜਾਏ ਉਸੇ ਸਟੇਜ ਤੋਂ ਜੋ ਸਰੀ ਦੇ ਵਿੱਚ ਦੀਵਾਲੀ ਧਮਾਕਾ ਪ੍ਰੋਗਰਾਮ ਦੇ ਵਿੱਚ ਲੱਗੀ ਸੀ ਅਤੇ ਜੈਜ਼ੀ ਬੀ ਨੇ ਕਮਾਲ ਦੀ ਪਰਫਾਰਮੈਂਸ ਕੀਤੀ। ਸੁਰਿੰਦਰ ਛਿੰਦਾ ਵੀ ਆਏ ਸਨ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਡਾਂਸ ਕੀਤਾ ਸੀ ਸਟੇਜ ਤੇ। ਪਰ ਇਸ ਗੀਤ ਦੇ ਵਿੱਚ ਇੱਥੇ ਦੀਆਂ ਮੁਟਿਆਰਾਂ ਨੇ ਭੰਗੜਾ ਪਾਇਆ ਸੀ। ਸਾਰੇ ਨਾਲ ਤਾੜੀਆਂ ਮਾਰਨੀਆਂ ਗੀਤੇ। ਕੋਈ ਕੀਲ ਸਪੇਰਾ ਲੈ ਜੂਗਾ ਦੀ ਨਾਗ ਸਾਂਭ ਲੈ ਜ਼ੁਲਮਾਂ ਦੇ ਤੇਰੀ ਜਾਨਾ। ਤੇਰੀ ਜਾਨ ਨੂੰ ਕੱਚਿਆ ਪੈ ਜੂਗਾ ਨੀ ਨਾਗ ਸਾਂਭ ਲੈ ਜ਼ੁਲਮਾਂ ਦੇ।
ਇਹੋ ਜਿਹਾ ਗੀਤ ਸੰਗੀਤ ਅਸੀਂ ਅਨਮੋਲ ਯਾਦਾਂ ਦੇ ਨਾਂ ਥੱਲੇ ਮਿਊਜ਼ਿਕ ਵੇਵ ਦੇ YouTube ਚੈਨਲ ਦੇ ਉੱਤੇ ਹਰ ਹਫਤੇ 1-2 ਸੈਗਮੈਂਟ ਅਪਲੋਡ ਕਰਦੇ ਹਾਂ। ਇਹ ਗੀਤ ਵੀ ਤੁਸੀਂ ਮਿਊਜ਼ਿਕ ਵੇਵ ਦੇ YouTube ਚੈਨਲ ਤੇ ਕੱਲ ਪਰਸੋਂ ਨੂੰ ਵੇਖ ਸਕੋਗੇ। ਪ੍ਰੋਗਰਾਮ ਦੇ ਆਖਰ ਦੇ ਵਿੱਚ ਅਸੀਂ ਇੱਕ ਵਾਰੀ ਫਿਰ ਆਪਣੇ ਸਾਰੇ ਹੀ ਦਰਸ਼ਕਾਂ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ ਤੇ ਪੇਸ਼ ਕਰਦੇ ਹਾਂ ਇੱਥੇ ਦੇ ਮਿੰਨੀ ਜਮਲਾ ਪਵਨਜੋਤ ਭਾਟੀਆ ਦੀ ਆਵਾਜ਼ ਦੇ ਵਿੱਚ ਇੱਕ ਧਾਰਮਿਕ ਗੀਤ। ਇਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਬਲਜਿੰਦਰ ਸਿੰਘ ਅਟਵਾਲ ਨੂੰ ਅਗਲੇ ਹਫਤੇ ਤੱਕ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। तेरियां कहानियां तेरा जस गाया दाता पर बता दे पानियां देख दे दलाले बाबा तेरियां कहानियां तेरा जस गाया दाता पर बता दे पानियां देख दे दलाले
ਦੁਨੀਆ ਜਹਾਨ